सेवा साध ना जानिया हर राया। कहो नानक हम नीच कर्मा, शरण परे की राखो शर्मा। धन वाहिगुरु जी। सारंग महला नौवा। मन कर कबू ना हर गुण गायो, बिखरिया शब्द रहयो निस बासुर। कीनो अपनो पायो रहाओ। गुर उपदेश सुनियो नह कानन, पर दारा लपटायो। पर निंदा कारण बहुतावत, समझियो न समझायो। कहा कहूँ मैं अपनी करनी, जे विद जन्म गवायो। कह नानक सब अवगण मोह मह, राख लेहो शरणायो। कहा कहूँ मैं अपनी करनी, जे विद जन्म गवायो। कह नानक सब अवगण मोह मह, राख लेहो शरणायो। वाहिगुरु जी का खालसा, वाहिगुरु जी की फतेह। परम सन्मानयोग चबर शतर तख्त दे मालक जुगो जुग अटल धन धन सतगुरु गुरु ग्रंथ साहिब सच्चे पातशाह जी की पावन पवित्र गोद विच सुभाएमान गुरु सवारे सतसंगी जनों। सतगुरु गुरु ग्रंथ साहिब जी की रहमत बख्शिश का सदका हफ्तावारी दीवान दियां हाजरियां भर के सतगुरां दी पावन गुरबाणी के पाठ गुरबाणी कीर्तन आप जियां ने सरवण कीते हैं। चल रही लड़ीवार कथा सतगुरु गुरु तेग बहादुर सच्चे पातशाह महाराज जी के पावन शब्दां दी, जो सतगुरु गुरु तेग बहादुर महाराज जी के 15 रागां विच 59 शब्द हैं ते साध संगत जी 14वां राग चल रहा है, जिस दे अज शब्द की समाप्ति हो जानी। इस राग विच महाराज जी के 4 शब्द सन, ये चौथा शब्द आखिरी शब्द है, पर लड़ीवार विच अजे 4 शब्द सतगुरु के होर बाकी ने। वो एक राग है जय जावंती राग, वो गुरु तेग बहादुर महाराज जी का ही उचारण किया राग है। ਉਹਦੇ ਵਿੱਚ महाराज जी के 4 शब्द ने गुरु तेग बहादुर सच्चे पातशाह जी ने। तो मेरा कहने तो भाव इस शब्द तो बाद सतगुरां दे एक राग दे विच 4 शब्द बाकी रह जाने हैं ते 59 शब्दां विचों तुसीं अंदाजा ला लो कि आपां हुण तक किन्ने शब्दां दी विचार कीती है। सतगुरु कृपा करन, गरीब नवाज पातशाह आप मत बुद्ध सोझी बख्शिश करके पावन शब्द की विचार भै भावनी में रह के सतगुरु करवा लैन। करो कृपा साध संगत जितने माई पाई गुरु चरणों च बैठे हाँ, मन दे टिकाओ एकाग्रता दे लई सारे मिल के उच्चारण करिए, कोई रसना में वांझी ना रहे। सारे गज बज के आखिए जी सतनाम श्री वाहिगुरु जी। करो सारे कृपा सतनाम
ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਪਾਵਨ ਸ਼ਬਦ ਵਿੱਚ। ਸਾਰੰਗ ਮਹਿਲਾ 9ਵਾਂ। ਸਾਰੰਗ ਰਾਗ ਦਾ ਨਾਮ ਹੈ। ਮਹਿਲਾ 9ਵਾਂ ਤੋਂ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਹੈ। ਤੇ ਮਹਾਰਾਜ ਕਿਰਪਾ ਕਰ ਰਹੇ ਨੇ, ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਸ਼ਬਦ ਦੇ ਅਰਥ ਬੜੇ ਸਰਲ ਤੇ ਸਪਸ਼ਟ ਨੇ। ਮਨ ਕਰਕੇ ਕਬਹੂ ਨਾ, ਕਦੀ ਵੀ ਨਹੀਂ, ਹਰ ਗੁਣ ਗਾਇਓ। ਕੂੜੇ ਦਾ ਮੂੰਹ ਖੁੱਲਾ, ਸਾਰੇ ਸ਼ਬਦ ਦੇ ਵਿੱਚ ਜਿਹੜੇ ਕੂੜੇ ਦੇ ਮੂੰਹ ਖੁੱਲੇ ਹੋਣਗੇ ਦੇ ਵਿੱਚ ਮਹਾਰਾਜ ਕਹਿ ਰਹੇ ਨੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਮਨ ਕਰਕੇ ਕਦੀ ਵੀ ਮੈਂ ਹਰੀ ਦੇ ਗੁਣ ਨਹੀਂ ਗਾਏ। ਪਹਿਲਾਂ ਅਸੀਂ ਅੱਖਰੀ ਅਰਥ ਸਮਝਾਂਗੇ। ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਮਨ ਕਰਕੇ ਕਦੀ ਵੀ ਹਰੀ ਪਰਮਾਤਮਾ ਦੇ ਗੁਣ ਨਹੀਂ ਗਾਏ। ਕਿਉਂ ਨਹੀਂ ਗਾਏ? ਹਰੀ ਦੇ ਗੁਣ ਕਿਉਂ ਨਹੀਂ ਗਾਏ? ਕੀ ਕਰਦੇ ਰਹੇ ਮਹਾਰਾਜ? ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿਖਿਆ ਸ਼ਕਤ ਰਹਿਓ ਨਿਸ ਬਾਸਰ। ਨਿਸ ਬਾਸਰ ਦਾ ਮਤਲਬ ਨਿਸ ਮੈਨੇ ਰਾਤ, ਬਾਸਰ ਮੈਨੇ ਦਿਨ। ਮਹਾਰਾਜ ਕਹਿੰਦੇ ਵਿਖਿਆ ਸ਼ਕਤ। ਵਿਖਿਆ ਪਦਾਰਥ, ਯੈਰ, ਵਿਸ਼ੇ ਵਿਕਾਰ। ਸ਼ਕਤ ਸ਼ਬਦ ਜਿਹੜਾ ਹੈ, ਇਹਨੂੰ ਵਿਦਵਾਨ ਕਹਿੰਦੇ ਇਹਦਾ ਅਸਲ ਵਿੱਚ ਉਚਾਰਨ ਹੈ ਅਸ਼ਕਤ, ਐੜਾ ਲਾ ਕੇ। ਇਹਦਾ ਮਤਲਬ ਖਿੱਚਣਾ, ਲੰਪਟ ਜਾਣਾ, ਕਿਸੇ ਚੀਜ਼ ਵਿੱਚ ਮਗਨ ਹੋ ਜਾਣਾ। ਇੱਥੇ ਮਹਾਰਾਜ ਨੇ ਇਕੱਠਾ ਸ਼ਬਦ ਕਰਤਾ, ਵਿਖਿਆ ਸ਼ਕਤ। ਵਿਖਿਆ ਯੈਰ ਦੇ ਵਿੱਚ ਮੈਂ ਦਿਨ ਰਾਤ ਲੱਗਾ ਪਿਆ ਹਾਂ। ਤੇ ਮਹਾਰਾਜ ਕਹਿੰਦੇ ਵਿਖਿਆ ਸ਼ਕਤ ਰਹਿਓ ਨਿਸ ਬਾਸਰ, ਦਿਨ ਰਾਤ। ਅੱਗੇ ਮਹਾਰਾਜ ਕਹਿੰਦੇ ਕੀਨੋ ਆਪਣੋ ਭਾਇਓ। ਕੀਨੋ ਦਾ ਮਤਲਬ ਕੀਤਾ ਮੈਂ, ਆਪਣੋ ਦਾ ਮਤਲਬ ਆਪਣੇ ਮਨ ਰਾਹੀਂ, ਭਾਇਓ ਦਾ ਮਤਲਬ ਜੋ ਮੈਨੂੰ ਭਾਇਆ ਹੈ। ਆਖਰੀ ਅਰਥ ਪਹਿਲਾਂ ਸਾਨੂੰ ਸਮਝ ਆ ਗਏ ਕਿ ਮਨ ਕਰਕੇ ਕਦੀ ਵੀ ਮੈਂ ਹਰੀ ਦੇ ਗੁਣ ਨਹੀਂ ਗਾਏ। ਤੇ ਕੀ ਕਰਦਾ ਰਿਹਾ? ਮਹਾਰਾਜ ਕਹਿੰਦੇ ਵਿਖਿਆ ਸ਼ਕਤ ਵਿੱਚ ਦਿਨ ਰਾਤ ਲੱਗਾ ਰਿਹਾ ਹਾਂ। ਇਸ ਕਰਕੇ ਹਰੀ ਦੇ ਗੁਣ ਨਹੀਂ ਗਾਏ ਤੇ ਮੈਂ ਉਹ ਕੁਝ ਕੀਤਾ ਜੋ ਮੇਰੇ ਮਨ ਨੂੰ ਭਾਇਆ ਸੀ, ਮੈਂ ਉਹ ਕੁਝ ਕੀਤਾ ਹੈ। ਇਹ ਹੈ ਆਖਰੀ ਅਰਥ। ਤੇ ਰਹਾਉ ਵਾਲੀਆਂ ਤੁਕਾਂ ਨੇ ਇਹਦੇ ਵਿੱਚ ਸ਼ਬਦ ਦਾ ਭਾਵ ਹੈ। ਹੁਣ ਕੀ ਥੋੜਾ ਜਿਹਾ ਬੇਨਤੀ ਨੂੰ ਸਮਝੋ ਸਾਧ ਸੰਗਤ। ਅਸੀਂ ਸ਼ਬਦ ਪੜਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ, ਮੈਂ ਹਰੀ ਦੇ ਗੁਣ ਕਦੀ ਗਾਏ ਨਹੀਂ, ਦਿਨ ਰਾਤ ਮੈਂ ਵਿਸ਼ੇ ਵਿਕਾਰਾਂ ਵਿੱਚ ਲੱਗਿਆ ਹਾਂ। ਤੇ ਕੀ ਇਹਦੇ ਅਰਥ ਇਹੀ ਕਰਾਂਗੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਦੀ ਹਰੀ ਪਰਮਾਤਮਾ ਦੇ ਗੁਣ ਨਹੀਂ ਗਾਏ? ਕੀ ਇਹ ਕਹਿ ਸਕਾਂਗੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿਨ ਰਾਤ ਵਿਸ਼ੇ ਵਿਕਾਰਾਂ 'ਚ ਲੱਗੇ ਰਹੇ? ਨਹੀਂ। ਸਾਧ ਸੰਗਤ, ਜਦੋਂ ਗੁਰਬਾਣੀ ਨੂੰ ਸਮਝਣਾ ਹੋਵੇ ਨਾ, ਆਪਾਂ ਅੱਗੇ ਕਈ ਵਾਰ ਵਿਚਾਰ ਕੀਤੀ ਇਸ ਗੱਲ ਦੇ ਉੱਤੇ ਕਿ ਸਾਧ ਸੰਗਤ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਜਦੋਂ ਕੋਈ ਵਿਸ਼ੇ ਵਿਕਾਰ ਔਗਣਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਆਵੇਗੀ, ਮਹਾਰਾਜ ਆਪਣੇ ਤੇ ਲੈਂਦੇ ਨੇ ਉਸ ਨੂੰ। ਉੱਤਮ ਪੁਰਖ ਵਿੱਚ ਜਿਹਨੂੰ ਅਸੀਂ ਕਹਿੰਦੇ ਸ਼ਬਦ, ਉੱਤਮ ਪੁਰਖ ਦਾ ਮਤਲਬ ਹੁੰਦਾ ਗੱਲ ਦੂਸਰੇ ਨੂੰ ਸਮਝਾਉਣੀ ਹੈ, ਕਹਿਣੀ ਆਪਣੇ ਉੱਤੇ ਹੈ, ਢਕਾਉਣੀ ਆਪਣੇ ਤੇ ਕਹਿਣਾ ਆਪਣੇ ਬਾਰੇ ਹੈ, ਪਰ ਦੱਸਣਾ ਦੂਸਰੇ ਨੂੰ ਆ। ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹ ਸ਼ਬਦ ਵਿੱਚ ਅਸਲ ਵਿੱਚ ਸਾਡਾ ਜੀਵਨ ਬਿਆਨ ਕਰ ਰਹੇ। ਸਾਡਾ ਸਾਰਿਆਂ ਦਾ, ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ, ਅਸੀਂ ਸਾਰੇ ਸਾਡਾ ਜੀਵਨ ਬਿਆਨ ਕਰ ਰਹੇ ਆ। ਪਰ ਜੀਵਨ ਬਿਆਨ ਕਰਨ ਲੱਗਿਆ ਆਪਣੇ ਤੇ ਗੱਲ ਲੈ ਰਹੇ ਨੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਥੋੜਾ ਜਿਹਾ ਪਹਿਲਾਂ ਹੋਰ ਦੇਖੀਏ ਕਿ ਸਤਿਗੁਰੂ ਕਿਸ ਤਰ੍ਹਾਂ ਦੂਜੇ ਨੂੰ ਸਮਝਾਉਣ ਲਈ ਆਪਣੇ ਤੇ ਗੱਲ ਲੈਂਦੇ ਆ। ਜਦੋਂ ਤੁਸੀਂ ਸਾਧ ਸੰਗਤ ਪ੍ਰਕਰਨ ਦੇ ਮੁਤਾਬਕ ਕਈ ਵਾਰ ਪ੍ਰਮਾਣ ਦਰਾਉਣੇ ਪੈਂਦੇ ਆ, ਕਿਉਂਕਿ ਅਸੀਂ ਹੋ ਸਕਦਾ ਪਿਛਲੀਆਂ ਕਥਾ ਦੇ ਵਿੱਚ ਵੀ ਉਹ ਪ੍ਰਮਾਣ ਸੁਣੇ ਹੋਣ, ਪਰ ਜਦੋਂ ਪ੍ਰਮਾਣ ਦੁਬਾਰਾ ਦਈਏ ਤੇ ਉਹਦਾ ਮਤਲਬ ਜੋ ਪ੍ਰਕਰਨ ਚੱਲ ਰਿਹਾ ਉਹਦੇ ਮੁਤਾਬਕ ਜੇ ਪ੍ਰਮਾਣ ਦੁਬਾਰਾ ਵੀ ਆ ਜਾਏ ਤੇ ਅਸੀਂ ਉਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਕਹਿਣਾ ਹੁੰਦਾ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਜਦੋਂ ਤੁਸੀਂ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਪਾਠ ਕਰੋਗੇ ਨਾ, ਤੇ ਜਪਜੀ ਸਾਹਿਬ ਦੇ ਪਾਠ ਵਿੱਚ ਜਿਹੜੀ ਪੌੜੀ ਆਉਂਦੀ ਹੈ, ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ। ਇੱਥੇ ਮਹਾਰਾਜ ਨੇ ਸਾਰਾ ਜ਼ਿਕਰ ਉਹਨਾਂ ਦਾ ਕੀਤਾ ਜਿਹੜੇ ਜਪ ਕਰਦੇ, ਤਪ ਕਰਦੇ, ਧਰਮ ਕਮਾਉਂਦੇ ਐ, ਜਿਹੜੇ ਵਾਹਿਗੁਰੂ ਦੀ ਬੰਦਗੀ ਕਰਦੇ, ਉਹਨਾਂ ਦਾ ਜ਼ਿਕਰ ਪੂਰੀ ਲਿਸਟ ਬਣਾਈ ਮਹਾਰਾਜ ਨੇ। ਪਰ ਅਖੀਰਲੀ ਤੁਕ ਵਿੱਚ ਗੁਰੂ ਨਾਨਕ ਸਾਹਿਬ ਨੇ ਨਾਂ ਨਹੀਂ ਲਿਆ, ਆਪਣਾ ਜ਼ਿਕਰ ਨਹੀਂ ਕੀਤਾ ਮਹਾਰਾਜ ਨੇ ਉੱਥੇ। ਇਹ ਜਦੋਂ ਪੌੜੀ ਪੜੋਗੇ ਦੇਖਿਓ ਚ ਮਹਾਰਾਜ ਦਾ ਨਾਂ ਨਹੀਂ। ਕੁਦਰਤ ਕਵਣ ਤਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰੀ ਆ। ਚਲੋ ਮੈਂ ਪੜ੍ਹ ਦੇਣਾ ਕਿ ਮਹਾਰਾਜ ਕਹਿੰਦੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ। ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ।
असंख भगत गुण ज्ञान विचार, असंख सती असंख दातार, असंख सूर मोह पाकसार, असंख मोन लिव लाए तार, कुदरत कवण कहा विचार, वारिया न जावा एक बार। महाराज कहते मैं तेरे तो वाहिगुरू कुर्बान जाना जिन्हें इस तेरी सिफत दे विच जिन्हां नूं तू लाया है। कोई जप कर रहा, कोई तप कर रहा, कोई धर्म कमा रहा, कोई योग साधना कर रहा, कोई मोन धार के बैठा, सारे धर्मियों का जिक्र आ गया। अगली पौड़ी नाल ही पढ़ के देखो, ਉਹਦੇ ਚ कोई धर्मियों का जिक्र नहीं, कोई जप तप वालियां का जिक्र नहीं। वो पौड़ी शुरू होंदी असंख मूर्ख अंध घोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार कूड़े फिराए, असंख मलेश मल भख खाहे, असंख निंदक सिर कर है भार। अगे की क्या महाराज ने ये लिस्ट बनाती ना उन्होंने दी जेड़े विषय विकारां च लगे हुए ने, जेड़े अवगुणां च लगे हुए ने, जेड़े गल वड हत्या कमाउंदे ने, उन्हां दी लिस्ट बना के की क्या गुरु महाराज ने? गुरु नानक साहब कहते नानक नीच कह विचार। महाराज कहते देखो अगली पौड़ी विच महाराज ने अपने आप को उत्थे रख लिया नानक नीच। कई बार कई इहनूं अड्ड कर दिंदे आ, वो कहंदे संप्रदायी जिहड़ा पाठ है ਉਹਦੇ ਵਿੱਚ ਕਹਿੰਦੇ ਆ ਨਾਨਕ नीच कह विचार, भी नानक नीचा दी विचार कर रहा है। नहीं, तुसी व्याकरण के मुताबिक देखो बड़ी ताई गुरु साहब दे शब्द। हुण नानक सग सग किहनूं कहंदे ने? सग कुत्ते नूं कहंदे। महाराज खुद अपने आप नूं कह रहे। खैर मैं जी बेनती कर लगे ते महाराज ने जो जिक्र किया लिस्ट बनाई उन्होंने दी जेडे अवगुणां च फसे ने, उत्थे अपने आप नूं रख के कहंदे नानक नीच विचार करे इन्हां दे बारे। मैं तां कह रहा जदों गुरु साहब दी ये विलक्षणता है कि गुरु ग्रंथ साहब की बाणी में जो महाराज दूजे नूं समझाउंदे है उदों अवगुणां दी गल करदे ते अपने ते लैके करनगे। साध संगत जी ते सतगुरु महाराज जी भी उसे ही संदर्भ विच गल करदे ने। गुरु तेग बहादुर सच्चे पातशाह महाराज जी के मन कर कबू ना हर गुण गाए। असी सारिਆਂ ਦੀ कह रहीए कदी मन करके हरि दे गुण नहीं गाए असी ते विग्या शब्द विच दिन रात रहने हैं करदे वो जो साडे मन नूं भाउंदा है। पर बाणी की कहती है महाराज कहते वो करिए जो गुरु नूं भाउंदा, अपने मन नूं भाउंदा ना करिए। जिन्नू असीं कहने मन मत ते मन मत तो ही भाव लै लो मन मुख। जेड़ा बंदा हर काम कर लग्या अपना मन अगे रखदा है ਉਹਨੂੰ ਕਹਿੰਦੇ ਮਨ ਮੁਖ, ਤੇ ਜਿਹੜਾ ਹਰ ਕੰਮ ਕਰਨ ਲੱਗਿਆ ਗੁਰੂ ਨੂੰ ਅੱਗੇ ਰੱਖ ਲੈਂਦਾ ਉਹਨੂੰ ਆਪਾਂ ਕਹਿ ਦਿੰਦੇ ਗੁਰਮੁਖ। ਮੇਰਾ ਕਹਿਣ ਤੋਂ ਭਾਵ ਸਤਿਗੁਰੂ ਦੀ ਬਾਣੀ ਕਹਿ ਰਹੀ ਹੈ ਕਿ ਅਸੀਂ ਜੀਵਾਂ ਨੇ ਮਨ ਕਰਕੇ ਹਰੀ ਦੇ ਗੁਣ ਕਦੀ ਗਾਏ ਨਹੀਂ। ਕਿਉਂ ਨਹੀਂ ਗਾਉਂਦੇ? ਕਿਉਂਕਿ ਵਿਸ਼ੇ ਵਿਕਾਰਾਂ 'ਚ ਫਸੇ ਰਹਿੰਦੇ ਆ। ਇਹਦਾ ਮਤਲਬ ਹੋ ਗਿਆ ਮਹਾਰਾਜ ਦੀ ਬਾਣੀ ਮਨ ਕਰਕੇ ਗੁਣ ਗਾਉਣ ਦਾ ਜ਼ਿਕਰ ਕਰਦੀ ਹੈ। जिन्नी सिफत करिए, जिन्नी वडियाई करिए, जिन्नी उहदी उस्तत करिए वो मन करके ही सानू करनी चाहिए है। जे मन उत्ते हाजिर नहीं तो महाराज कहते हैं जे मन नहीं हाजिर तो तू गैर हाजिर है, भावें तू शरीरक तौर पर बैठा है। जिन्होंने मस्कीन साहब यूं कहते होंगे क्योंकि जिदा शब्द होवे उहदा नाम ही लै देना चाहिए। मस्कीन साहब कहते हैं कई बार बंदा बाजार विच भी सतसंगत करी जाता है ते कई बार बंदा गुरुद्वारे बैठा भी कुसंगत करी जाता है। फिर वो प्रमाण दिंदे ने कहते जे बाजार विच होवे ते अपने मन नाल अपने मन विच शब्द दी विचार कर रहा होवे, कल्ला भी संगत कर सकदा ना। अपने मन विच मन नाल गुरु दे शब्द दी विचार कर रहा मारी मन विच, इहदा मतलब वो संगत कर रहा भावें बाजार च ही है। ते जे गुरुद्वारे बैठा होया भी सुनी जा रहा है पर मन करके किते होर उडारियां लाउंदा फिरदा है, इहदा मतलब गुरुद्वारे बैठा भी संगत नहीं कर रहा। क्योंकि शरीर की गल नहीं, जिन्नी गुरु ग्रंथ साहब की बाणी पढ़ोगे सारी इस गल ते जोर दिंदी है कि बंदियां को अपने मन उत्ते जोर दे, मन नूं बदलना है। गुरु ग्रंथ साहब की बाणी कहती मन बदलिया गया। जिन्हों जपजी साहब च मारे क्या मन जीता है जग जीत, मारे कहते मन जित लो जगत जीतया जाएगा। यही सब तो जितना औखा है। तो मैं बेनती कर रहा सी सतगुरु इत्थे कह रहे ने कि हरि दे गुण नहीं कदी गाए, विख्या शब्द विच रहा हां दिन रात रहना कीता हो जो मेरे मन नूं भाउंदा है। हुण जदों गुरु ग्रंथ साहब की बाणी चों देखांगे ते भगत साहिबान भी जदों सानूं समझाउंदे है उदों अपने ते गल लै के कहंदे नाथ कछू ना जानो। रविदास भगत जी कहंदे ने नाथ हे नाथ सब नूं नथी करन वाले परमात्मा, नाथ कछू ना जानो मन माया के हाथ बिकानो। ਇਹਦਾ ਕੀ ਮਤਲਬ ਹੋਇਆ ਕਿ ਰਵਿਦਾਸ ਭਗਤ ਦਾ ਮਨ ਸੱਚਮੁੱਚ ਹੀ ਉਹ ਮਾਇਆ ਨੇ ਖਰੀਦ ਲਿਆ? ਨਹੀਂ, ਉਹ ਸਾਡੀ ਗੱਲ ਕਰਦੇ ਆ ਪਰ ਆਪਣੇ ਤੇ ਲੈ ਕੇ ਕਹਿੰਦੇ ਨੇ ਨਾਥ ਕਛੂ ਨਾ ਜਾਣੋ
मन माया के हाथ बेगानू, इन पंचो मेरा मन जो बिगाड़ियो, पल पल ते हरजू अंतर पारियो। इन्हां ने खिन खिन पल पल मैनू परमात्मा तो दूर करता विषय विकारां ने। जदों गुरु ग्रंथ साहिब की बाणी चो देखोगे, भगत कबीर साहब का शब्द ले लो। भगत कबीर साहब मैं तां प्रमाण हुण ले रहा कुछ कि कल्ले गुरु तेग बहादुर महाराज जी नहीं, बाकी गुरु साहबान भी ते भगत साहबान भी जदों सानू गल समझाउंदे है ते उदों अपने ते लैके कहंदे, हालांकि उन्हां दा जीवन वो नहीं हुंदा, उन्हां दा जीवन वो नहीं है ਜਿਹੜੀ ਗੱਲ ਉਹ ਆਪਣੇ ਤੇ ਢਕਾ ਰਹੇ ਨੇ। ਜਿਵੇਂ ਮੰਨ ਲਓ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਗੋਬਿੰਦ ਹਮ ਐਸੇ ਅਪਰਾਧੀ। ਇਹ ਬੜੀ ਵੱਡੀ ਗੱਲ ਹੈ ਕਿ ਇਹ ਕਹਿ ਦੇਣਾ ਕਿ हे ਗੋਬਿੰਦ, हे ਧਰਤੀ ਦੇ ਮਾਲਕ, हे परमात्मा, मैं अपराधी हाँ कि भगत कबीर साहब जी ऐसे है नहीं। ਉਹ ਸਾਡੀ ਗੱਲ ਕਰਦਿਆਂ ਕਹਿੰਦੇ ਨੇ, ਜੇ ਰੱਬ ਵਾਹਿਗੁਰੂ ਗੁਰੂ ਦੇ ਕੋਲੇ ਆਉਨੇ ਹੋ ਤੇ ਇਹ ਅਰਦਾਸ ਕਰੋ ਗੁਰੂ ਦੇ ਕੋਲੇ ਆ ਕੇ, ਗੋਬਿੰਦ हम ऐसे अपराधी क्यों, क्या कहते, जिन प्रभ जियो पिंड था दिया तिसकी भाव भगत नहीं साधी। कहते मैं कभी भगती नहीं, ਇਹਦਾ मतलब कि कबीर साहब ने कभी बंदगी नहीं की। ਉਹ ਤਾਂ कहते राम कबीरा एक भय है, कोई ना सका पछानी भी रब विच ते कबीर च कोई अंतर ही नहीं। ते कबीर साहब कहते हैं कि गोबिंद हम ऐसे अपराधी जिन प्रभ जियो पिंड था दिया तिसकी भाव भगत नहीं साधी। ਉਹਦੇ ਵਿੱਚ ਇੱਕ ਉਹਨਾਂ ਸ਼ਬਦ ਵਰਤਿਆ ਹੈ। ਉਹ ਸ਼ਬਦ ਦੇ ਅੰਦਰ ਉਹ ਕਹਿੰਦੇ ਨੇ, ਜਿਹੇ ਘਰ ਕਥਾ ਹੋਤ ਹਰ ਸੰਤਨ, ਸਮਝੋ ਬੇਨਤੀ, ਜਿਹੇ ਘਰ, ਜਿਸ ਘਰ ਵਿੱਚ, ਜਿਸ ਜਗ੍ਹਾ ਤੇ, ਘਰ ਦਾ ਮਤਲਬ ਕਰ ਲਈਏ ਸਤ ਸੰਗਤ, ਜਿਹੇ ਘਰ ਕਥਾ ਹੋਤ ਹਰ ਸੰਤਨ, ਜਿੱਥੇ ਰੱਬ ਦੇ ਪਿਆਰੇ ਬੈਠ ਕੇ ਰੱਬ ਦੀ ਗੱਲ ਕਰਦੇ ਆ, ਬੰਦਗੀ ਦੀ ਗੱਲ ਕਰਦੇ ਆ, ਗੁਰਬਾਣੀ ਦੀ ਸਿਮਰਨ ਦੀ ਗੱਲ ਕਰਦੇ ਆ। ਕਬੀਰ ਸਾਹਿਬ ਕਹਿੰਦੇ ਨੇ, ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਕ ਨਾ ਕੀਨੋ मैं फेरा। फेरा शब्द साध संगत जी ये ਵੱਖ-ਵੱਖ ਇਲਾਕਿਆਂ ਦੀ ਬੋਲੀ ਹੈ। ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ, ਅਲੱਗ-ਅਲੱਗ ਇਲਾਕਿਆਂ ਵਿੱਚ ਆਪਣੇ ਆਪਣੇ ਢੰਗ ਨਾਲ ਲੋਕੀ ਬੋਲਦੇ ਆ। ਜੋ ਹੁਣ ਕਈ ਇਲਾਕਿਆਂ ਸਾਡੇ, ਜਿਵੇਂ ਤੂੰ ਗੇੜਾ ਮਾਰ ਆਵੀਂ, ਕਈ ਕਹਿੰਦੇ ਫੇਰਾ ਮਾਰ ਆਵੀਂ, ਗੱਲ ਇੱਕੋ ਹੀ ਹੈ। ਫੇਰਾ ਮਾਰਨਾ, ਗੇੜਾ ਮਾਰਨਾ, ਗੱਲ ਤਾਂ ਇੱਕ ਹੀ। ਆਪਾਂ ਜਿਵੇਂ ਕਹਿੰਦੇ ਆ, ਆਪਾਂ ਕਹਿੰਦੇ ਜਦ ਲੰਘਦਾ ਉਧਰ ਦੀ ਵੀ ਫੇਰਾ ਮਾਰ ਜੀ, ਤੇ ਜਿਹੜੇ ਜਿਨ੍ਹਾਂ ਦੀ ਬੋਲੀ ਇਹ ਹੋਵੇਗੀ ਉਹ ਕਹਿਣਗੇ ਲੰਘਦਾ ਉਧਰ ਗੇੜਾ ਮਾਰ ਜੀ। ਗੇੜਾ ਫੇਰਾ ਗੱਲ ਇੱਕੋ ਹੀ ਹੈ। ਇਹਦਾ ਮਤਲਬ ਹੈ ਕਿ ਜਾਂਦਾ ਉੱਥੋਂ ਹੋ ਜਾਵੀਂ। ਜਿਵੇਂ ਆਪਾਂ ਕਈ ਵਾਰ ਕਹਿੰਦੇ ਆ ਵੀ ਚਲੋ ਲੰਘਦੇ ਗੁਰਦੁਆਰੇ ਗੇੜਾ ਹੀ ਮਾਰ ਜੀਏ, ਲੰਘਦੇ ਆਪਾਂ ਲੰਗਰ ਵਾਲੇ ਬੰਨੇ ਫੇਰਾ ਗੇੜਾ ਗੱਲ ਇੱਕੋ ਹੀ ਹੈ। ਕਬੀਰ ਸਾਹਿਬ ਕਹਿੰਦੇ ਮੈਂ ਕਦੀ ਫੇਰਾ ਵੀ ਨਹੀਂ ਮਾਰਿਆ। ਕੀ ਮੰਨ ਲਈਏ ਕਬੀਰ ਸਾਹਿਬ ਨੇ ਕਦੀ ਜਿੱਥੇ ਰੱਬ ਦੀ ਬੰਦਗੀ ਹੁੰਦੀ ਹੈ, ਜਿੱਥੇ ਰੱਬ ਦੇ ਪਿਆਰੇ ਬੈਠਦੇ ਉਧਰ ਕਦੀ ਗੇੜਾ ਫੇਰਾ ਮਾਰਿਆ ਹੀ ਨਾ ਹੋਵੇ? ਨਹੀਂ। ਉਹਨਾਂ ਦੀ ਬਾਣੀ 'ਚ ਤਾਂ ਕਹਿੰਦੇ ਨੇ ਕਬੀਰ ਸਾਹਿਬ ਕਿ ਸਾਡੇ ਦੇ ਘਰ 'ਚ ਕਲੀ ਇਸ ਗੱਲ ਦੀ ਰਹਿੰਦੀ ਹੈ ਵੀ ਦੋ ਆ ਗਏ ਦੋ ਚਲੇ ਗਏ, ਦੋ ਆ ਗਏ ਦੋ ਚਲੇ ਗਏ, ਟਿੰਡਾਂ ਲਸ਼ਕਾਉਂਦੇ ਆਉਂਦੇ ਨੇ। ਕੱਛਾਂ 'ਚ ਇਹਨਾਂ ਨੇ ਪੋਥੀਆਂ ਫੜੀਆਂ ਹੁੰਦੀਆਂ, ਮਾਰੀਆਂ ਹੁੰਦੀਆਂ ਕੱਛਾਂ ਦੇ ਵਿੱਚ, ਦੋ ਆ ਗਏ ਦੋ ਚਲੇ ਗਏ, ਤੇ ਸਾਰਾ ਦਿਨ ਇਹੋ ਕੁਝ ਲੱਗਾ ਰਹਿੰਦਾ। ਬਾਣੀ 'ਚ ਕਹਿ ਰਹੇ ਭਗਤ ਕਬੀਰ ਸਾਹਿਬ ਕਹਿੰਦੇ ਮੇਰਾ ਪਰਿਵਾਰ ਗਿਲਾ ਕਰਦਾ ਹੈ, ਇਸ ਕਰਕੇ ਕਰਦਾ ਹੈ ਕਿ ਦੋ ਆ ਗਏ ਦੋ ਚਲੇ। ਵੇਖੋ ਤੁਸੀਂ, ਇੰਨਾ ਹੀ ਫਰਕ ਹੈ ਬੰਦਗੀ ਵਾਲੇ ਦਾ ਤੇ ਸਾਡਾ। ਅਸੀਂ ਹਰ ਗੱਲ ਦੇ ਉੱਤੇ ਪਰਦੇ ਪਾਉਨੇ ਆ। ਦੂਜਿਆਂ ਦੇ ਘਰ ਦੀ ਹੋਵੇ ਤੇ ਅਸੀਂ ਡੌਂਡੀ ਪਿੱਟ ਦਿੰਦੇ ਆ, ਆਪਣੀ ਹੋਵੇ ਤੇ ਪਰਦੇ ਪਾਉਨੇ ਆ। ਦੂਜੇ ਦੀ ਗੱਲ ਸਾਨੂੰ ਮਾੜਾ ਜਿਹਾ ਪਤਾ ਲੱਗ ਜਾਏ, ਜਿੰਨਾ ਚਿਰ ਪੂਰੀ ਫੇਸਬੁੱਕ ਤੇ ਪਾ ਕੇ ਕਰਾਂ ਪੂਰੀ ਦੁਨੀਆ 'ਚ ਘੁਮਾ ਨਾ ਦਈਏ ਤੇ ਮੁੜ ਕੇ 10 ਬੰਦਿਆਂ ਨੂੰ ਬਹਿ ਕੇ ਪੁੱਛੀਏ ਨਾ ਜਿੰਨਾ ਚਿਰ ਵੀ ਉਹ ਵੇਖਿਆ ਹੀ ਫਲਾਣੇ ਦਾ ਫਿਰ ਕਿੱਦਾਂ ਨਿਕਲਿਆ ਜਲੂਸ, ਤੇ ਬੰਦਿਆਂ ਕਦੀ ਝਾਕ ਮਾਰ ਕੇ ਵੇਖ, ਹੋ ਸਕਦਾ ਤੂੰ ਉਹਦੇ ਤੋਂ ਵੀ ਨੀਵਾਂ ਹੋਵੇਂ। ਮੈਂ ਆਪਣੇ ਆਪ ਨੂੰ ਕਹਿ ਰਿਹਾ ਸ਼ਾਮਲ ਕਰਕੇ, ਜਿਨ੍ਹਾਂ ਦੇ ਦੂਜੇ ਦੇ ਜਲੂਸ ਤੇ ਅਸੀਂ ਹੱਸਦੇ ਹਾਂ, ਆਪਣੇ ਵੱਲੇ ਨਿਗਾਹ ਮਾਰ ਕੇ ਵੇਖੀਏ ਵੀ ਜੇ ਕੱਲ ਨੂੰ ਮੰਨ ਲਓ ਮੈਂ ਉਸ ਜਗ੍ਹਾ ਤੇ ਹੋਵਾਂ ਤੇ ਫੇਰ ਮੈਂ ਜਿਹੜੀ ਬੇਨਤੀ, ਕੁਝ ਗੱਲਾਂ ਕੌੜੀਆਂ ਕਸਿਆਲੀਆਂ ਹੁੰਦੀਆਂ ਸਿਰਫ ਸਾਡੇ ਵਾਸਤੇ, ਸਾਰਿਆਂ ਵਾਸਤੇ ਹੈ। ਮੈਂ ਤਾਂ ਕਹਿਣ ਲੱਗਿਆ ਇਹੀ ਤਾਂ ਫਰਕ ਹੈ ਬੰਦਗੀ ਵਾਲੇ ਦਾ। ਕਬੀਰ ਸਾਹਿਬ ਦਾ ਇੰਨਾ ਫਰਕ, ਉਹਨਾਂ ਆਪਣੇ ਘਰ ਦੀ ਗੱਲ ਨੂੰ ਲਗੋਇਆ ਨਹੀਂ। ਕਹਿੰਦੇ ਮੇਰੀ ਘਰ ਵਾਲੀ ਇਹ ਕਹਿੰਦੀ ਆ ਕਿ ਜਿਹੜੇ ਚਾਰ ਆ ਗਏ ਚਾਰ ਚਲੇ ਗਏ, ਇਹ ਸਾਰਾ ਦਿਨ ਆਉਣ ਜਾਣ ਲੱਗਾ ਰਹਿੰਦਾ, ਕਰਦੇ ਕੀ ਨੇ? ਉੱਥੇ ਸ਼ਬਦ ਹੈ ਕਬੀਰ ਸਾਹਿਬ ਦਾ, ਉਹ ਕਹਿ ਲਗੇ ਕਿ ਇੱਕ ਦੋ ਮੰਦਰ, ਇੱਕ ਦੋ ਬਾਟ ਮਿੰਟ ਦਾ ਰਸਤਾ, ਮੰਦਰ ਮਿੰਟ ਦਾ ਘਰ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਕਿ ਕਬੀਰ ਸਾਹਿਬ ਕਹਿੰਦੇ ਮੈਂ ਕਦੀ ਫੇਰਾ ਨਹੀਂ ਮਾਰਿਆ, ਜਿੱਥੇ ਰੱਬ ਦੇ ਪਿਆਰਿਆਂ ਦੀ ਬੰਦਗੀ ਹੁੰਦੀ ਉੱਥੇ। ਪਰ ਉਹੀ ਤਾਂ ਕਹਿ ਰਹੇ ਨੇ ਕਿ ਮੇਰੇ ਘਰ ਵਿੱਚ ਤਾਂ ਸਦਾ ਹੀ ਰੱਬ ਦੇ ਪਿਆਰੇ ਆਉਂਦੇ ਰਹਿੰਦੇ ਨੇ। ਮੈਂ ਤਾਂ ਕਹਿ ਰਿਹਾ ਗੁਰਬਾਣੀ ਨੂੰ ਜਦੋਂ ਗੁਰਮੁਖੋਂ ਸਮਝਣਾ ਹੋਵੇ ਤੇ ਇਸੇ ਕਰਕੇ ਤੁਸੀਂ ਦੇਖੋ, ਜੇ ਮੈਂ ਤੁਹਾਨੂੰ ਕੋਈ ਸਾਹਿਕ ਕਹਾਣੀ ਸੁਣਾ ਦਿਆਂ, ਹੈ ਸੌਖਾ ਜੋ ਤਰਾ ਕੰਮ। ਜੇ ਟਾਈਮ ਪਾਸ ਮੈਂ ਕਰਨਾ ਹੋਵੇ ਨਾ ਤਾਂ ਪੌਣਾ ਘੰਟਾ ਇੱਕ ਤੁਕ ਲੈ ਲਾਂ ਤੇ ਇੱਕ ਸਾਖੀ ਲੈ ਲਾਂ, 20-25 ਮਿੰਟ ਦੇ ਨਿਕਲੇ ਪਏ ਹੁੰਦੇ ਆ।
ਸਭ ਤੋਂ ਔਖੀ ਗੱਲ ਹੈ ਕਿ ਗੁਰਬਾਣੀ ਵਿੱਚੋਂ ਹੀ ਗੁਰਬਾਣੀ ਦੇ ਸ਼ਬਦ ਲੈ ਕੇ ਕਥਾ ਕਰਨੀ, ਇਹ ਕੰਮ ਔਖਾ ਹੈ। ਪਰ ਮੇਰੀ ਕੋਸ਼ਿਸ਼ ਤਾਂ ਹੈ, ਮੈਂ ਚਾਹੁੰਦਾ ਕਿ ਜਿਸ ਤਰ੍ਹਾਂ ਕਿਉਂਕਿ ਮੈਂ ਸੰਗਤ ਦੇਖਦਾ, ਤੁਸੀਂ ਹਰ ਗੱਲ ਨੂੰ ਕੈਚ ਕਰਨ ਵਾਲੇ ਹੋ। ਤੁਹਾਡੇ ਮੈਨੂੰ ਕਈ ਵਾਰ ਬਾਅਦ ਚ ਮਿਲਦੇ ਵੀ ਕਈ ਗੁਰਮੁਖ ਪਿਆਰੇ, ਉਹ ਜਦੋਂ ਕਿਤੇ ਮੇਰੇ ਤੋਂ ਮੰਨ ਲਓ ਨਿੱਕੀ ਮੋਟੀ ਮਿਸਟੇਕ ਕਈ ਵਾਰ ਹੋ ਜਾਂਦੀ ਹੈ ਮੇਰੇ ਕੋਲ, ਜਿਹੜਾ ਬੁਲਾਰਾ ਹੈ ਉਹ ਸਰਵ ਕਲਾ ਸਮਰੱਥ ਨਹੀਂ ਹੁੰਦਾ, ਬੋਲਦੇ ਕਈ ਲਫ਼ਜ਼ ਅਚਨਚੇਤ ਵੀ ਨਾ ਚਾਹੁੰਦੇ ਹੋਏ ਵੀ ਕਈ ਵਾਰ ਨਿਕਲ ਜਾਂਦੇ ਨੇ ਜ਼ੁਬਾਨ ਵਿੱਚੋਂ, ਪਰ ਉਹ ਸੁਚੇਤ ਕਰ ਦਿੰਦੇ ਨੇ ਕਿ ਨਹੀਂ ਭਾਈ ਸਾਹਿਬ ਗੁਰਬਾਣੀ ਤੋਂ ਪਾਸੇ ਨਹੀਂ, ਮਾਸਾ ਵੀ ਨਹੀਂ ਇੱਧਰ ਉੱਧਰ ਆਪਾਂ ਹੋਣਾ। ਕਈ ਵਾਰ ਹੋ ਸਕਦਾ ਮੇਰੇ ਕੋਲੋਂ ਕੋਈ ਇਸ ਤਰ੍ਹਾਂ ਦੀ ਉਦਾਹਰਨ ਪ੍ਰਮਾਣ ਦਿੱਤਾ ਜਾਂਦਾ ਹੋਵੇ ਜਿਹੜਾ ਲੱਗਦਾ ਹੋਵੇ ਵੀ ਇਹ ਗੁਰਬਾਣੀ ਤੋਂ ਉੱਡ ਜਾਂਦਾ, ਉਹ ਤੇ ਮੈਂ ਉਹਨਾਂ ਦਾ ਗਿਲਾ ਨਹੀਂ ਕਰਦਾ, ਮੈਨੂੰ ਚੰਗਾ ਲੱਗਦਾ ਕਿ ਇਹਦਾ ਮਤਲਬ ਇੰਨੇ ਸੁਚੇਤ ਹੋ ਤੁਸੀਂ ਵੀ ਗੁਰਬਾਣੀ ਦੀ ਗੱਲ ਨੂੰ ਇੰਨਾ ਸਮਝਣਾ ਚਾਹੁੰਦੇ ਤੁਸੀਂ। ਮੈਂ ਬੇਨਤੀ ਜਿਹੜੀ ਕਰਨ ਲੱਗਿਆ, ਕਬੀਰ ਸਾਹਿਬ ਕਹਿ ਰਹੇ ਨੇ ਕਿ ਮੈਂ ਕਦੀ ਫੇਰਾ ਨਹੀਂ ਮਾਰਿਆ ਜਿੱਥੇ ਸੰਗਤ ਹੁੰਦੀ ਹੈ, ਪਰ ਆਪਣੇ ਘਰ ਦੀ ਗੱਲ ਕਰਦਿਆਂ ਕਹਿੰਦੇ ਨੇ ਮੇਰੇ ਘਰ ਵਿੱਚ ਉਹਨਾਂ ਦਾ ਦਿਨ ਰਾਤ ਆਉਣ ਜਾਣ ਲੱਗਾ ਰਹਿੰਦਾ ਹੈ ਜਿਹੜੇ ਰੱਬ ਦੇ ਪਿਆਰੇ। ਇਹਦਾ ਮਤਲਬ ਹੋ ਗਿਆ ਕਿ ਜਦੋਂ ਗੱਲ ਆਈ ਵਿਕਾਰਾਂ ਦੀ, ਔਗਣਾਂ ਦੀ, ਉਦੋਂ ਆਪਣੇ ਆਪ ਨੂੰ ਕਹਿ ਦਿੱਤਾ ਕਿ ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ, ਮੈਂ ਫੇਰਾ ਇੱਕ ਨਿਮਖ ਜਿੰਨਾ ਸਮਾਂ ਵੀ ਮੈਂ ਉਧਰ ਗੇੜਾ ਨਹੀਂ ਮਾਰਿਆ। ਤੇ ਦੂਸਰੇ ਬੰਨੇ ਕਬੀਰ ਸਾਹਿਬ ਕਹਿ ਰਹੇ ਨੇ ਮੇਰੇ ਘਰ ਦੀ ਹਾਲਤ ਇਹ ਹੈ ਕਿ ਇੱਕ ਕੋਈ ਮੰਦਰ ਇੱਕ ਕੋਈ ਬਾਟ, हमको कह लगे साथर उनको खाट, साथर मतलब दा सत्थर जमीन ते पै जाना ले थल्ले ते खाट मैंने हुंदा मंजा। कहंदे जेड़े साडे घर आउंदे आ कबीर साहब सानू कहंदा तुसीं थल्ले ही पै जाओ, ते जेड़े आए ने रब दे प्यारे गल करन गुरु दी परमेश्वर दी मैनू दस्सण आए उन्हां नू मंजियां डाह दे ते बिस्तरे विछा दे। अगला वचन वेखो ना, कहंदे ने मूंड पलोस कमर बद पोथी। मूंड पलोस दा मतलब हुंदा भी हुण टिंडा लशकाउंदे आउंदे ने ब्राह्मण पंडित ਜਿਹੜੇ ਤੇ ਕਮਰ ਆ ਜਿਹਨੂੰ ਅਸੀਂ ਕਹਿੰਦੇ ਕਸ਼ ਵੱਧ, ਇਹਦੇ ਵਿੱਚ ਉਹਨਾਂ ਨੇ ਉਹ ਆਪਣੀ ਜਿਹੜਾ ਧਾਰਮਿਕ ਗ੍ਰੰਥ ਕਿਤਾਬਾਂ ਹੁੰਦੀਆਂ ਉਹ ਕਸ਼ੇ ਮਾਰੀਆਂ ਹੁੰਦੀਆਂ ਨੇ। ਮੂੰਡ ਪਲੋਸ ਕਮਰ ਵੱਧ ਪੋਥੀ ਹਮਕੋ ਚਾਬਣ ਉਹਨਾਂ ਕੋ ਰੋਟੀ। ਕਹਿੰਦੇ ਸਾਨੂੰ ਕਹਿੰਦਾ ਵੀ ਤੁਸੀਂ ਨਾ ਭੁੱਜੇ ਛੋਲੇ ਹੀ ਖਾ ਲਓ ਤੇ ਇਹਨਾਂ ਵਾਸਤੇ ਰੋਟੀਆਂ ਬਣਾਓ। ਇਹਦਾ ਮਤਲਬ ਘਰ ਦੀ ਇਹ ਇਸ ਤਰ੍ਹਾਂ ਦੇ ਮਾਹੌਲ ਹੈ ਨਾ, ਕਹਿੰਦੇ ਇੱਕ ਆ ਗਿਆ ਇੱਕ ਤੁਰਿਆ ਜਾਂਦਾ, ਕੋਈ ਆਉਂਦਾ ਕੋਈ ਤੁਰਿਆ ਜਾਂਦਾ, ਕਿਸੇ ਨੂੰ ਰੋਟੀ ਕਿਸੇ ਨੂੰ ਕਹਿੰਦੇ ਮੰਜਾ। ਇਹਦਾ ਮਤਲਬ ਕਬੀਰ ਸਾਹਿਬ ਦੇ ਘਰ ਵਿੱਚ ਹਰ ਵੇਲੇ ਰੱਬ ਦੇ ਪਿਆਰਿਆਂ ਦਾ ਆਉਣ ਜਾਣ ਲੱਗਾ ਹੈ। ਪਰ ਉਹ ਕਹਿੰਦੇ ਨੇ ਕਿ ਜੇ ਘਰ ਕਥਾ ਹੋ ਤਾਂ ਹਰ ਸੰਤ ਨੇ ਕਹਿੰਦੇ ਮਖਣਾ ਕਿੰਨੋ ਮੈਂ ਫੇਰਾ, ਜਦੋਂ ਸਾਡੀ ਗੱਲ ਕਰਨੀ ਸੁਧ ਆਪਣੇ ਤੇ ਲੈ ਲਈ। ਫਿਰ ਕਹਿੰਦੇ ਮੈਂ ਕਰਦਾ ਕੀ ਉਧਰ ਤੇ ਫੇਰਾ ਨਹੀਂ ਮਾਰਿਆ, ਤੇ ਕੀ ਕਰਦਾ? ਕਹਿੰਦੇ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ। ਹੁਣ ਕੀ ਮੰਨ ਲਈਏ ਕਿ ਕਬੀਰ ਸਾਹਿਬ ਜਿਹੜੇ ਨੇ ਉਹ ਵਸ਼ਈਆਂ ਨਾਲ ਰਹਿੰਦੇ ਹਰ ਵੇਲੇ, ਮੰਨ ਲਈਏ ਵੀ ਕਬੀਰ ਸਾਹਿਬ ਚੋਰਾਂ ਨਾਲ ਰਹਿੰਦੇ ਨੇ ਹਰ ਵੇਲੇ, ਮੰਨ ਲਈਏ ਵੀ ਕਬੀਰ ਸਾਹਿਬ ਜਿਹੜੇ ਲੋਕੀ ਨਸ਼ਈ ਉਹਨਾਂ ਨਾਲ ਰਹਿੰਦੇ ਨੇ ਦਿਨ ਰਾਤ, ਉਹ ਕਹਿੰਦੇ ਮੈਂ ਇਹਨਾਂ ਨਾਲ ਰਹਿਣਾ ਦਿਨ ਰਾਤ। ਇਹਦਾ ਮਤਲਬ ਹੋ ਗਿਆ ਜਦੋਂ ਗੁਰਬਾਣੀ ਨੂੰ, ਮੈਂ ਤਾਂ ਬੇਨਤੀ ਕਰ ਰਿਹਾ ਬਾਰ-ਬਾਰ, ਜਦੋਂ ਗੁਰਬਾਣੀ ਨੂੰ ਸਮਝਣਾ ਹੋਵੇ ਤੇ ਗੁਰਮੁਖੋ ਥੋੜਾ ਜਿਹਾ ਜ਼ੋਰ ਦੇਣਾ ਪੈਂਦਾ ਦਿਲ ਦਿਮਾਗ ਮਨ ਉੱਤੇ ਕਿ ਇੱਥੇ ਮਹਾਰਾਜ ਕਹਿ ਕੀ ਰਹੇ ਨੇ। ਕਬੀਰ ਸਾਹਿਬ, ਮੈਂ ਸ਼ੁਰੂ ਚ ਫਿਰ ਇੱਕ ਵਾਰ ਦੁਹਰਾ ਦਿਆਂ ਗੱਲ, ਜਦੋਂ ਗੱਲ ਕਰਨੀ ਔਗੜਾਂ ਦੀ ਉਦੋਂ ਆਪਣੇ ਤੇ ਲੈ ਲੈਣੀ, ਜਦੋਂ ਗੁਣਾਂ ਦੀ ਗੱਲ ਕਰਨੀ ਉਦੋਂ ਦੂਜੇ ਨੂੰ ਕਹਿ ਦੇਣੀ। ਆਹੀ ਫਰਕ ਹੈ ਸਾਡਾ ਤੇ ਬੰਦਗੀ ਵਾਲਿਆਂ ਦਾ। ਮੈਂ ਨਾਲ ਕਹਿ ਰਿਹਾ ਸਾਡਾ ਇਹ ਹੈ ਅਸੀਂ ਔਗਣਾਂ ਦੀ ਗੱਲ ਕਰਨੀ ਤੇ ਦੂਜੇ ਤੋਂ, ਤੇ ਗੁਣਾਂ ਦੀ ਕਰਨੀ ਤੇ ਆਪਣੇ ਤੋਂ। ਪਰ ਬਾਣੀਕਾਰਾਂ ਦਾ ਫਰਕ ਇਹ ਹੈ, ਉਹ ਔਗਣਾਂ ਦੀ ਗੱਲ ਕਰਨਗੇ ਆਪਣੇ ਤੋਂ ਤੇ ਗੁਣਾਂ ਦੀ ਗੱਲ ਕਰਨਗੇ ਦੂਜੇ ਤੋਂ। ਹੁਣ ਆਓ ਗੁਰੂ ਨਾਨਕ ਸਾਹਿਬ ਦਾ ਇੱਕ ਪ੍ਰਮਾਣ ਲੈ ਲਈਏ ਹੋਰ, ਫਿਰ ਆਪਾਂ ਸ਼ਬਦ ਦੀ ਸਮਾਪਤੀ ਵਾਲੇ ਬੰਨੇ ਨੂੰ ਵਧਦੇ। ਮੈਂ ਭਗਤ ਰਵਿਦਾਸ ਦਾ ਇੱਕ ਪ੍ਰਮਾਣ ਲਿਆ, ਫਿਰ ਕਬੀਰ ਸਾਹਿਬ ਦਾ ਇੱਕ ਪ੍ਰਮਾਣ ਲੈ ਲਿਆ, ਹੁਣ ਆਓ ਗੁਰੂ ਨਾਨਕ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ। ਤੇ ਪ੍ਰਕਰਨ ਆਪਣਾ ਚੱਲ ਰਿਹਾ ਹੈ ਕਿ ਮਨ ਕਰ ਕਬੂ ਨਾ ਹਰ ਗੁਣ ਗਾਇਓ, ਵਿਖਿਆ ਸ਼ਕਤ ਰਹਿਓ ਨਿਸ ਬਾਸਨ ਕੀਨੋ ਆਪਣੋ ਭਾਇਓ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਆਪਣੇ ਤੇ ਲੈ ਕੇ ਕਿ ਮੈਂ ਦਿਨ ਰਾਤ ਵਿਸ਼ੇ ਵਿਕਾਰਾਂ ਚ ਲੱਗਿਆ ਰਹਿੰਦਾ, ਮੈਂ ਜੋ ਮਨ ਚਾਹੁੰਦਾ ਉਹ ਮਰਜ਼ੀ ਕਰਦਾ ਆਪਣੇ ਮਨ ਦੀ, ਮੈਂ ਕਦੀ ਹਰੀ ਦੇ ਗੁਣ ਗਾਏ ਨਹੀਂ। ਇਹ ਕਹਿ ਰਹੇ ਨੇ ਮਹਾਰਾਜ, ਪਰ ਸਾਡੀ ਗੱਲ ਕਰਦੇ ਆ ਸਾਡੇ ਅੰਦਰ ਦੀ ਹਾਲਤ। ਹੁਣ ਸ਼੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ? ਮਹਾਰਾਜ ਕਹਿ ਰਹੇ ਨੇ ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨ ਕਰੂਪ ਰਾਹਾਂ ਕਰਤਾਰ। ਹੁਣ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ? ਕਹਿੰਦੇ ਇੱਕ ਸਵਾਨ ਮੈਨੇ ਹੁੰਦਾ ਪੁੱਤਾ, ਦੋਏ ਸਵਾਨੀ ਨਾਲ, ਸਵਾਨੀ ਮੈਨੇ ਹੋ ਗਿਆ ਦੋ ਪੁੱਤੀਆਂ। ਮੈਂ ਬਾਣੀ ਚੋਂ ਕਹਿ ਰਿਹਾ ਗੁਰਮੁਖੋ, ਜੋ ਸ਼ਬਦ ਹੈ ਉਹਦੀ ਮੈਂ ਵਿਆਖਿਆ ਕਰਨ ਲੱਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਮੈਂ ਉੱਠਦਾ ਨਾ ਦਿਨੇ, ਉੱਠਦਿਆਂ ਸਾਰ ਲੋਭ ਰੂਪੀ ਕੁੱਤਾ ਭੌਂਕਣਾ ਸ਼ੁਰੂ ਕਰ ਦਿੰਦਾ।
अर्थ तुसीं आप भी पढ़ सकते हो। मैं कई बार अगे भी कहा मोबाइलों से अजकल सारा कुछ मिल जाता है। मैं कोलों गल कुछ नहीं कहनी, जो विद्वानां ने अर्थ किए मैं वही तुहाडे सामने रख रहा। महाराज कहते हैं कि जदों मैं उठदा सवेरे उठदे सार लोभ रूपी कुत्ता भौंकना शुरू कर दिंदा है ते द्वेषवानी की होया आसा ते तृष्णा। आसा हुंदी है कि सब कुछ तुरिया आवे तुरिया आवे तुरिया आवे, कोई चीज रह ना जाए, वो इकट्ठा करने वाली खिच जिहड़ी नूं असीं आसा कहने। तृष्णा तृष्णा ये चीज के उत्ते होर अग पाउंदी है भी जिहड़ी रह गई उहनूं होर लाभड़ा जिहड़ी हैगी किते होर तां नहीं रह गई, वो अगों वो लांबू लाई तुरी जाती है। महाराज कहंदे एक तां खिच अंदर बनी है भी जो कुछ दूजे कोले मेरे कोले आ जाए। तृष्णा जिहड़ी ये भी अग नाल बड़ी जाती है, दोवें कुत्तियां नाल ही ने। महाराज कहंदे ने एक सवान दोए सवानी नाल भड़के भौंके सदा बयान। महाराज उठदियां सार महाराज कहंदे भौंकना शुरू कर दिंदियां। फिर महाराज कहंदे मैं करदा कि इन्हां दे आगे लग जाना। कूड़ छुड़ा मुठा मरदार धान करूप राम करतार। महाराज कहंदे मैं झूठ रूपी छुरा फड़िया है, बस मैं लुटन लई तुर पैना। कि मनीए गुरु नानक साहब का जीवन कि गुरु नानक साहब के उठदियां सारे लोभ रूपी कुत्ता शुरू हो जाता भौंकना। कि गुरु नानक साहब आसा ते तृष्णा के अधीन जिउंदे ने। कि गुरु नानक साहब के हत्थ विच कूड़ दा छुरा है नहीं। जदों साडी गल करनी सी महाराज ने अपने ते ढका लई भी मैं इदां दा हां, ਉਹਦੇ ਚ ਉਹ ਸ਼ਬਦ ਲਵੇਰਾ ਚਲੋ ਵਿੱਚੋਂ ਮੈਂ ਪ੍ਰਮਾਣ ਲੈ ਰਿਹਾ। ਮਹਾਰਾਜ ਨੇ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਬੜੀ ਔਖੀ ਗੱਲ ਹੈ ਇਹ ਕਹਿਣਾ ਆਪਣੇ ਆਪ ਨੂੰ, ਮੈਂ ਕੀਤਾ ਨਾ ਜਾਤਾ, ਮੈਂ ਕੁਝ ਨਹੀਂ ਕਰ ਸਕਦਾ। ਤੇ ਅਗਲਾ ਸ਼ਬਦ ਵੇਖੋ ਸਾਡੀ ਜ਼ੁਬਾਨ ਕਹਿ ਨਹੀਂ ਰਹੀ ਪਰ ਬਾਣੀ ਦਾ ਬਚਨ ਹੈ ਨਾ, ਪੜ੍ਹਨੇ ਤੇ ਪਏਗੇ। ਮਹਾਰਾਜ ਕਹਿੰਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਮ ਕਿਆ ਮੋ ਦੇਸਾਂ ਦੁਸ਼ਟ ਚੋਰ। ਮਹਾਰਾਜ ਕਹਿੰਦੇ ਮੈਂ ਦੁਸ਼ਟ ਤੇ ਚੋਰ ਹਾਂ क्योंकि मेरा ये जीवन है। मैं कह रहा कि गुरु का जीवन नहीं, गुरु साडी गल करदा ते अपने ते लेके कह रहा है। ਉਹਦੇ ਚ महाराज कहते हैं कि मैं पर निंदा आखा दिन रात। गुरु नानक साहब कहते मैं दिन रात निंदिया च लगा रहिंदा। पर कर जो ही नीच सनात। महाराज कहते मैं दूजियां दे घर विच दिन रात गेड़े मारदा फिरदा विषय विकारां लई। क्षमा करियो महाराज साडी गल करदे पर अपने ते लेके कह रहे। अज दा शब्द जिहड़ा गुरु तेग बहादुर सच्चे पातशाह जी का है वो कुछ यही व्याख्या कर रहा है कि महाराज गुरु तेग बहादुर साहब का ये जीवन नहीं जिहड़ा शब्द विच किया, ये नहीं उन्हां दा जीवन। उन्हां दा जीवन जिहड़ा असीं पिछलियां शब्दां च कुछ विचार गए हां कि माई मैं धन पायो हर नाम, ये जीवन उन्हां दा। माई मैं धन पायो हर नाम, मन मेरो धावण ते छुट्टियो कर बैठो विश्राम। इहदी विचार सी कर गए पिछले शब्दां। ये जीवन है गुरु तेग बहादुर साहब का। उन्हां दा जीवन सोठ राग दे शब्द वाला है कि जो नर दुख मैं दुख नहीं माने सुख सने और भय नहीं जाके कंचन माटी माने। ये दो शब्दों में गुरु तेग बहादुर साहब का अपना जीवन है। जिहड़ा बाकी शब्दां च व्याख्या है वो साडी गल कीती पर अपने ते लेके कर दित्ती। इत्थे महाराज कह रहे ने मन कर कबहू न हर गुण गायो, मैं मन करके हरि दे गुण नहीं गाए। विद्या शब्द रहो निष्बासर, दिन रात मैं विषय विकारां विच खिंचिया रहा। कीनो आपणो भायो जो मेरे मन च आया मैं को मर्जी कीती। साडी गल करदे ने गुरु तेग बहादुर साहब दा ये जीवन नहीं है कि उन्होंने विषय विकारां च रह जां उन्होंने मन दी मर्जी कीती जां उन्होंने हरि दे गुण नहीं गाए। ये गुरु तेग बहादुर साहब दे उत्ते नहीं ढुकदा। असीं अपने ते ढगाईए भी सानू कह रहे। अगे महाराज कहते ने श्री गुरु तेग बहादुर सच्चे पातशाह इसी कहावतियां तुकां ते मुख भाव। हुण महाराज पहले बंद विच कृपा करदे ने गुर उपदेश सुनियो नह कानन। अर्थ स्पष्ट जी जी। गुर उपदेश गुरु दा उपदेश सुनियो नह नहीं सुनिया। कानन कानन मैंने हो गया कान, क्योंकि जो गुरबाणी जिहड़ी है साध संगत जी ये है काव रूप दे विच। काव रूप विच होण करके जो उच्चारण किया कानन अर्थ दे कानी ने। गुर उपदेश सुनियो गुरु दा उपदेश नहीं सुनिया, कन्ना नाल नहीं सुनिया। महाराज कहते फिर साडी गल करदे पर अपने ते ढका के कह रहे ने गुर उपदेश सुनियो नह कानन। मैं गुरु दा उपदेश कदी कन्ना नाल सुनिया ही नहीं। ते महाराज कहते ने पर महाराज कहते पर दारा लपटायो। गुरु का उपदेश मैं सुनिया नहीं ते पर दारा। दारा पे कई बार महाराज दे शब्द बहुत वरते गुरु तेग बहादुर साहब ने। दारा मैंने दा स्त्री, पर मैंने गया पराया। महाराज कहते लपटायो लपट गया। हुण की ये पंक्ति दे अर्थ असीं गुरु तेग बहादुर साहब थोड़ा ढका सकते हैं
कि महाराज गुरु तेग बहादुर साहब कह रहे हैं कि मैं तो ਜਿਹੜਾ ਉਹ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹਨੂੰ ਕੰਨਾਂ ਨਾਲ ਨਹੀਂ ਸੁਣਿਆ ਤੇ ਮੈਂ ਪਰਾਈ ਇਸਤਰੀ ਦੇ ਮਗਰ ਲੱਗਾ। ਇਹ ਗੁਰੂ ਤੇਗ ਬਹਾਦਰ ਸਾਹਿਬ ਥੋੜਾ ਸੀ ਕਹਿ ਸਕਦੇ, ਆਪਣੇ ਤੇ ਟਕਾ ਕੇ ਕਹਿੰਦੇ ਸਾਡਾ ਜੀਵਨ ਇਸ ਤਰ੍ਹਾਂ ਦਾ ਜਿਹੜੇ ਸਾਰੇ ਆ ਸਾਨੂੰ ਕਹਿ ਰਹੇ ਨੇ, ਸਾਡਿਓ ਕਹਿ ਲੋ ਕਿ ਸਾਡੀ ਅਰਦਾਸ ਹੈ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਨੇ ਸਾਡੇ ਆਪ ਵਿੱਚ ਖਲੋ ਕੇ। ਮਹਾਰਾਜ ਕਹਿ ਰਹੇ ਨੇ ਕਿ ਗੁਰ ਉਪਦੇਸ਼ ਸੁਣਿਓ ਨਹਿ ਕੰਨ, ਮੈਂ ਗੁਰੂ ਦਾ ਉਪਦੇਸ਼ ਕਦੀ ਕੰਨਾਂ ਨਾਲ ਸੁਣਿਆ ਨਹੀਂ, ਪਰ ਦਾਰਾ ਲਪਟਾਇਓ ਪਰਾਏ ਤਨ ਵਿੱਚ ਮੈਂ ਲਪਟਿਆ ਹੋਇਆ ਹਾਂ। ਹੁਣ ਸਾਨੂੰ ਕਹਿ ਰਹੇ ਗੁਰੂ ਤੇਗ ਬਹਾਦਰ ਸਾਹਿਬ ਕਿ ਤੁਸੀਂ ਇਦਾਂ ਦਾ ਆਪਣਾ ਜੀਵਨ ਨਾ ਜੀਓ ਜੀ। ਫਿਰ ਮਹਾਰਾਜ ਕਹਿੰਦੇ ਪਰ ਨਿੰਦਾ ਕਾਰਨ ਬਹੁ ਧਾਵਤ, ਪਰ ਨਿੰਦਾ ਕਾਰਨ ਬਹੁ ਧਾਵਤ, ਪਰਾਈ ਨਿੰਦਿਆ ਕਰ ਲਈ ਧਾਵਤ ਵੇਲੇ ਦਾ ਦੌੜ ਭੱਜ ਕਰਨੀ, ਦੌੜਿਆ ਭੱਜਿਆ ਰਹਿਣਾ। ਪਰ ਨਿੰਦਾ ਕਾਰਨ ਬਹੁ ਧਾਵਤ ਸਮਝਿਓ ਨਹਿ ਸਮਝਾਇਓ। ਮਹਾਰਾਜ ਕਹਿੰਦੇ ਬੜਾ ਸਮਝਾ ਕੇ ਵੇਖ ਲਿਆ ਪਰ ਸਮਝਦਾ ਨਹੀਂ। ਸਤਿਗੁਰੂ ਦੀ ਬਾਣੀ ਚ ਇੱਕ ਵਚਨ ਅਸੀਂ ਪੜ੍ਹ ਕੇ ਗਏ, ਪਿਛੇ ਉਹਦੀ ਵਿਚਾਰ ਕਰ ਗਏ ਇਹਨਾਂ ਸ਼ਬਦਾਂ ਦੀ। ਮਹਾਰਾਜ ਕਹਿੰਦੇ ਸਵਾਨ ਪੂਛ ਜਿਉ ਭਇਓ ਨਾ ਸੂਤੋ। ਸਵਾਨ ਪੂਛ, ਸਵਾਨ ਕੁੱਤੇ ਨੂੰ ਕਹਿੰਦੇ ਪੂਛ। ਮਹਾਰਾਜ ਕਹਿੰਦੇ ਸਵਾਨ ਪੂਛ ਜਿਉ ਭਇਓ ਨਾ ਸੂਤੋ। ਉੱਥੇ ਦੂਜੇ ਨੂੰ ਨੇ ਕਿਹਾ ਕਹਿੰਦੇ ਬਹੁਤ ਯਤਨ ਮੈਂ ਕੀਨਾ। ਉੱਥੇ ਵੀ ਆਪਣੇ ਤੇ ਲੈ ਕੇ ਕਹਿੰਦੇ ਨੇ ਮੈਂ ਬੜੇ ਯਤਨ ਕੀਤੇ ਪਰ ਸਵਾਨ ਪੂਛ ਮੇਰਾ ਮਨ ਰੂਪੀ ਕੁੱਤਾ ਸਿੱਧਾ ਨਹੀਂ ਹੋਇਆ। ਇਹਦਾ ਮਤਲਬ ਆਪਣੇ ਤੇ ਗੱਲ ਲੈ ਲਈ ਸਾਨੂੰ ਸਮਝਾਉਣ ਲਈ। ਇੱਥੇ ਮਹਾਰਾਜ ਕੀ ਕਹਿ ਰਹੇ ਨੇ, ਗੁਰ ਉਪਦੇਸ਼ ਸੁਣਿਓ ਨਾ ਕੰਨ, ਮੈਂ ਗੁਰੂ ਦਾ ਉਪਦੇਸ਼ ਕਦੀ ਕੰਨਾਂ ਨਾਲ ਸੁਣਿਆ ਨਹੀਂ, ਪਰ ਦਾਰਾ ਲਪਟਾਇਓ ਪਰਾਏ ਤਨ ਵਿੱਚ ਮੈਂ ਲਪਟਿਆ ਰਹਿਣਾ। ਸਾਨੂੰ ਕਹਿ ਰਹੇ ਨੇ ਇਹ ਭਾਈ ਤੁਸੀਂ ਜੇ ਗੁਰੂ ਦਾ ਉਪਦੇਸ਼ ਕਦੀ ਸੁਣਿਆ ਨਹੀਂ ਤੇ ਪਰਾਏ ਤਨ ਵਿੱਚ ਲਪਟੇ ਰਹਿੰਦੇ ਹੋ ਤੇ ਇਹ ਤੁਹਾਡੀ ਜ਼ਿੰਦਗੀ ਦੀ ਬਰਬਾਦੀ ਦਾ ਰਸਤਾ ਹੈ। ਇੱਥੇ ਮਹਾਰਾਜ ਕਹਿ ਰਹੇ ਨੇ ਪਰ ਨਿੰਦਾ ਕਾਰਨ ਬਹੁ ਧਾਵਤ ਸਮਝਿਓ ਨਹਿ ਸਮਝਾਇਓ। ਇਹ ਬੰਦਿਆ ਤੈਨੂੰ ਕਿੰਨਾ ਸਮਝਾ ਕੇ ਵੇਖਿਆ ਤੂੰ ਸਮਝਦਾ ਨਹੀਂ। ਹੁਣ ਜਦੋਂ ਸਾਧ ਨਿੰਦਾ ਦੀ ਗੱਲ ਆਉਂਦੀ ਹੈ ਅਸੀਂ ਇਹਦੀ ਕਈ ਵਾਰ ਵਿਆਖਿਆ ਕਰ ਚੁੱਕੇ ਹਾਂ, ਪਰ ਫਿਰ ਚਲੋ ਇਹ ਔਗਣ ਬੜਾ ਵੱਡਾ ਹੈ, ਇਸ ਕਰਕੇ ਦਾ ਜਿੰਨਾ ਜ਼ਿਕਰ ਹੋ ਜਾਏ ਉਨਾ ਹੀ ਚੰਗਾ, ਚਲੋ ਤੋਂ ਖਹਿੜਾ ਛੁੱਟ ਜਾਏ। ਅਸੀਂ ਇਹਦਾ ਜ਼ਿਕਰ ਕੀਤਾ ਵੀ ਜਿਸ ਦੇ ਬਾਰੇ ਅਸੀਂ ਜਾਣਦੇ ਨਾ ਹੋਈਏ, ਜਿਸ ਦੇ ਬਾਰੇ ਸਾਨੂੰ ਕੋਈ ਗਿਆਨ ਨਾ ਹੋਵੇ, ਜਿਸ ਦੇ ਬਾਰੇ ਸਾਨੂੰ ਕੋਈ ਸਮਝ ਨਾ ਹੋਵੇ ਤੇ ਈਰਖਾ ਵਸ ਹੋ ਕੇ ਉਸ ਬੰਦੇ ਦੀ ਐਵੇਂ ਬਿਨਾਂ ਮਤਲਬ ਤੋਂ ਡੌਂਡੀ ਪਿੱਟੀ ਜਾਣੀ, ਇਹਨੂੰ ਕਹਿੰਦੇ ਨੇ ਨਿੰਦਿਆ। ਫਿਰ ਸਮਝਿਓ ਜਿਹਦੇ ਬਾਰੇ ਅਸੀਂ ਜਾਣਦੇ, ਕਈ ਵਾਰ ਅਸੀਂ ਬੰਦਾ ਵੇਖਿਆ ਵੀ ਨਹੀਂ ਹੁੰਦਾ, ਜ਼ਿੰਦਗੀ 'ਚ ਮਿਲੇ ਵੀ ਨਹੀਂ ਹੁੰਦੇ, ਉਸ ਨੂੰ ਵੇਖਿਆ ਵੀ ਨਹੀਂ, ਮਿਲੇ ਵੀ ਨਹੀਂ, ਜਾਣਦੇ ਵੀ ਨਹੀਂ ਉਹਦੇ ਬਾਰੇ ਕੁਝ, ਪਰ ਐਵੇਂ ਸੁਣੀ ਸੁਣਾਈ ਗੱਲ ਕਰਕੇ ਤੇ ਡੌਂਡੀ ਪਿੱਟੀ ਜਾਂਦੇ ਵੀ ਵਾਹ ਉਹ ਨਿਆਂ ਕਰਤਾ ਜੋ ਨਿਆਂ ਕਰਤਾ। ਇਹਦਾ ਮਤਲਬ ਤੂੰ ਸਿਰਫ ਈਰਖਾ ਵਸ ਕਹਿ ਰਿਹਾ, ਤੂੰ ਉਹਨੂੰ ਵੇਖਿਆ ਸੁਣਿਆ। ਮੈਂ ਚਲੋ ਵਿੱਚੋਂ ਗੱਲ ਨਿਕਲ ਆਈ। ਮਸਕੀਨ ਸਾਹਿਬ ਇੱਕ ਦਿਨ ਕਹਿ ਰਹੇ ਸਨ, ਉਹ ਕਹਿੰਦੇ ਮੈਨੂੰ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕਈ ਬੰਦੇ ਮਿਲੇ, ਕਹਿੰਦੇ ਇਹੋ ਕਹਿ ਲਓ ਜੇ 100 ਬੰਦਿਆਂ ਮਿਲਿਆ ਹੋਵੇਗਾ ਤੇ 100 ਦੇ ਵਿੱਚੋਂ 98 ਬੰਦੇ ਉਹ ਮਿਲੇ ਜਿਹੜੇ ਬੰਦੇ ਮੈਨੂੰ ਇਹ ਕਹਿੰਦੇ ਸੀ ਮਸਕੀਨ ਜੀ ਤੁਸੀਂ ਉਹ ਸੁਣਿਆ ਫਲਾਣੇ ਬਾਰੇ, ਇਸ ਤਰ੍ਹਾਂ ਹੋ ਗਿਆ ਉਹਦੇ ਨਾਲ। ਕਹਿੰਦੇ ਮੈਂ ਉਹਨੂੰ ਕਹਿੰਦਾ ਸੀ ਵੀ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ? ਉਹ ਕਹਿੰਦਾ ਮੈਂ ਵੀ ਸੁਣਿਆ ਕਿਸੇ ਤੋਂ। ਉਹ ਕਹਿੰਦੇ ਤਾਂ ਤੂੰ ਸੁਣਿਆ ਨਾ, ਤੈਨੂੰ ਪਤਾ ਨਹੀਂ ਉਹਦੇ ਬਾਰੇ? ਕਹਿੰਦੇ ਨਹੀਂ। ਤੇ ਕਹਿੰਦੇ ਫਿਰ ਮੈਨੂੰ ਕਿਉਂ ਪੁੱਛਦਾ, ਤੂੰ ਵੀ ਸੁਣੀ ਗੱਲ ਮੇਰੇ ਕੋਲ ਕਰ ਰਿਹਾ। ਉਹ ਕਹਿੰਦੇ 100 ਚੋਂ ਜੇ 100 ਬੰਦਾ ਮਿਲਿਆ 98 ਉਹ ਹੋਣਗੇ ਜਿਨ੍ਹਾਂ ਨੇ ਨਾ ਕਦੀ ਦੇਖਿਆ ਨਾ ਕਦੀ ਉਹਨਾਂ ਨੂੰ ਜਾਣਿਆ, ਸਿਰਫ ਕਿਸੇ ਤੋਂ ਸੁਣੀ ਸੁਣਾਈ ਗੱਲ। ਇਹ ਬੜਾ ਵੱਡਾ ਔਗਣ ਮਹਾਰਾਜ ਨੂੰ ਕਹਿੰਦੇ ਬਚੋ ਇਹਦੇ ਤੋਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿੱਧਾ ਸਪਸ਼ਟ ਕਹਿਤਾ। ਮਹਾਰਾਜ ਕਹਿੰਦੇ ਜਿੰਨੀਆਂ ਵੀ ਕਿਸੇ ਨੂੰ ਬਿਮਾਰੀਆਂ ਹੋਣ ਉਹਦੇ ਇਲਾਜ ਨੇ, ਹਰ ਬਿਮਾਰੀ ਦਾ ਇਲਾਜ ਬਾਣੀ 'ਚ ਕਿਹਾ ਹੈ। ਸਰਬ ਰੋਗ ਦਾ ਔਖਦ ਨਾਮ ਹੀ ਕਹਿਤਾ ਮਹਾਰਾਜ ਨੇ। ਪਰ ਇੱਕ ਔਗਣ ਇਹੋ ਜਿਹਾ ਜਿਹਦੇ ਬਾਰੇ ਗੁਰੂ ਕਹਿੰਦਾ ਖੜੇ ਜੇ ਮੇਰੇ ਬਾਣੀ 'ਚ ਕਹਿ ਰਿਹਾ। ਮਹਾਰਾਜ ਕਹਿੰਦੇ ਨਿੰਦਕ ਕਾ ਦਾਰੂ ਨਾ ਹੈ, ਦਾਰੂ ਮੈਨੇ ਦਵਾ। ਇਹਦਾ ਮਤਲਬ ਗੁਰੂ ਵੀ ਕਬੀਰ ਸਾਹਿਬ ਕਹਿੰਦੇ ਨੇ ਕਿ ਰੱਬ ਦਾ ਵਾਸਤਾ ਜੇ ਮੈਂ ਤਾਂ ਡਰਦਾ ਇਹਨਾਂ ਤੋਂ। ਐਸੇ ਲੋਗਣ ਸੋ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਦੇ ਬਾਅਦ ਤਿੰਨ ਤੇ ਸਦਾ ਡਰਾਨੇ ਰਹੀਏ। ਕਹਿੰਦੇ ਮੈਂ ਕਿਸੇ ਤੋਂ ਨਹੀਂ ਡਰਦਾ, ਪਰ ਉਹਨਾਂ ਤੋਂ ਡਰਦਾ ਹਾਂ ਜਿਹੜੇ ਆਪ ਕਦੀ ਰੱਬ ਵਾਲੇ ਬੰਨੇ ਤੁਰੇ ਨਹੀਂ ਤੇ ਨਿੰਦਿਆ ਦੀਆਂ ਪੰਡਾਂ ਚੁੱਕੀ ਫਿਰਦੇ ਨੇ। ਕਹਿੰਦੇ ਬੜਾ ਡਰ ਲੱਗਦਾ ਜਿਨ੍ਹਾਂ ਤੋਂ, ਇਹਨਾਂ ਤੋਂ ਮੈਂ ਡਰਦਾ, ਬਾਕੀ ਕਿਸੇ ਤੋਂ ਨਹੀਂ। ਇਹਦਾ ਮਤਲਬ ਰੱਬ ਦੇ ਪਿਆਰੇ ਦੀ ਗੱਲ ਕਹਿ ਰਹੇ। ਇੱਥੇ ਸਤਿਗੁਰੂ ਮਹਾਰਾਜ ਦੀ ਬਾਣੀ 'ਚ ਬੜੇ ਸ਼ਬਦ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾ ਹੀ, ਮਨ ਮੁਖ ਮੁਗਧ ਕਰਾਨ ਮੂੰਹ ਕਾਲੇ ਤੇ ਨਿੰਦਕਾ ਨਰਕੇ ਭੋਰ ਪਵਨ। ਮਹਾਰਾਜ ਕਹਿੰਦੇ ਉਹ ਪੱਲੇ ਉਹਦੇ ਕਾਲ ਕੀ ਪੈ ਗਈ। ਖੈਰ ਇਹਦੇ ਤੇ ਅਸੀਂ ਕਈ ਵਾਰ ਅੱਗੇ ਵਿਚਾਰ ਕਰ ਚੁੱਕੇ ਹਾਂ। ਮਹਾਰਾਜ ਕਹਿ ਰਹੇ ਨੇ ਪਰ ਨਿੰਦਾ ਕਾਰਨ ਬਹੁ ਧਾਵਤ ਸਮਝਿਓ ਨਹਿ
ਸਮਝਾਇਓ। ਮਹਾਰਾਜ ਕਹਿੰਦੇ ਬੜੇ ਯਤਨ ਕੀਤੇ ਪਰ ਸਮਝਿਆ ਨਹੀਂ। ਹੁਣ ਮਹਾਰਾਜ ਜੀ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਅਖੀਰਲਾ ਬੰਦ ਤੇ ਸ਼ਬਦ ਦੀਆਂ ਪੰਕਤੀਆਂ ਪੜੋ ਜਰਾ। ਮਹਾਰਾਜ ਕਹਿੰਦੇ ਕਹਾ ਕਹੂੰ ਮੈਂ ਆਪਣੀ ਕਰਨੀ। ਹੁਣ ਜਿੰਨੇ ਅਸੀਂ ਬੈਠੇ ਆ ਮੈਂ ਵੀ ਵਿੱਚ ਸ਼ਾਮਲ ਕਰਕੇ ਆਪਣੇ ਆਪ ਨੂੰ ਕਹਿ ਰਿਹਾ, ਸਾਰੇ ਨਿਗਾਹ ਮਾਰਿਓ ਜੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਹਾ, ਇੱਥੇ ਅਸੀਂ ਬਿੰਦੀ ਨਹੀਂ ਲਾਉਣੀ, ਅੱਗੇ ਕਈਆਂ ਤੇ ਅਸੀਂ ਕਹਾ ਵੀ ਸ਼ਬਦ ਕਹਿੰਦੇ, ਪਰ ਇੱਥੇ ਕਹਾ ਕੀ ਕਹਾਂ। ਮਹਾਰਾਜ ਕਹਿੰਦੇ ਕਹਾ ਕਹੂੰ ਆਪਣੀ, ਮੈਂ ਆਪਣੀ, ਆਪਣੇ ਆਪ ਨੂੰ ਕਹਿ ਰਹੇ ਤੁਮ ਪੁਰਖ ਵਿੱਚ। ਕਹਾ ਕਹੂੰ ਮੈਂ ਆਪਣੀ ਕਰਨੀ, ਕਰਨੀ ਦਾ ਮਤਲਬ ਜੀਵਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਕੀ ਆਪਣੀ ਕਰਨੀ ਦੱਸਾਂ ਤੁਹਾਨੂੰ। ਉੱਪਰਲੀ ਤੁਸੀਂ ਪੰਕਤੀਆਂ ਪੜ੍ਹਦੇ ਆਓਗੇ ਨਾ ਜਦੋਂ ਸਾਰੀਆਂ, ਜਿਹਦੇ ਚ ਮਹਾਰਾਜ ਕਹਿੰਦੇ ਮਨ ਕਰ ਕਬੂ ਨਾ ਹਰ ਗੁਣ ਗਾਇਓ, ਵਿਖਿਆ ਸ਼ਬਦ ਰਹੇ ਹੁਣ ਇਸ ਬਾਸਰ ਕੀਨੋ ਆਪਣੋ ਭਾਇਓ, ਗੁਰ ਉਪਦੇਸ਼ ਸੁਣਿਓ ਨੈ ਕਾਨਨ ਪਰ ਦਾਰਾ ਲਪਟਾਇਓ, ਪਰ ਨਿੰਦਾ ਕਾਰਨ ਬਹੁ ਧਾਵਤ ਨੈ ਸਮਝਿਓ ਨੈ ਸਮਝਾਇਓ। ਇਸ ਤੱਕ ਜਦੋਂ ਤੁਸੀਂ ਪੰਕਤੀਆਂ ਨੂੰ ਪੜੋਗੇ ਨਾ, ਅੱਗੇ ਜਦੋਂ ਤੁਸੀਂ ਅਖੀਰਲੀ ਪੰਕਤੀ ਵੇਖੋਗੇ ਕਹਾ ਕਹੂੰ, ਉੱਪਰ ਜ਼ਿਕਰ ਕਰਕੇ ਮਹਾਰਾਜ ਕਹਿੰਦੇ ਮੈਂ ਆਪਣੀ ਕਰਨੀ ਕੀ ਦੱਸਾਂ ਤੁਹਾਨੂੰ। ਕਹਾ ਕਹੂੰ ਮੈਂ ਆਪਣੀ ਕਰਨੀ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਹਾ ਕਹੂੰ ਮੈਂ ਆਪਣੀ ਕਰਨੀ, ਜੇ ਵਿਦ ਮਹਾਰਾਜ ਕਹਿੰਦੇ ਜਨਮ ਗਵਾਏ। ਹੁਣ ਮਹਾਰਾਜ ਕਹਿੰਦੇ ਨੇ ਮੈਂ ਉਹ ਤੁਹਾਨੂੰ ਆਪਣੀ ਕਰਨੀ ਕਿਵੇਂ ਦੱਸਾਂ ਜਿਹਦੇ ਕਰਕੇ ਮੈਂ ਸਾਰਾ ਆਪਣਾ ਜੀਵਨ ਗਵਾ ਲਿਆ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਆਪ ਨੂੰ ਕਹਿ ਰਹੇ ਪਰ ਉਹਨਾਂ ਦਾ ਜੀਵਨ ਗਵਾਚਿਆ ਨਹੀਂ। ਗੁਰਮੁਖੋ ਇਹ ਗੱਲ ਬਾਰ-ਬਾਰ ਮੈਂ ਜ਼ੋਰ ਦੇ ਰਿਹਾ ਕਿ ਸਤਿਗੁਰੂ ਦਾ ਜੀਵਨ ਨਹੀਂ ਗਵਾਚਿਆ, ਉਹ ਤਾਂ ਰੱਬ ਦਾ ਪਰਮੇਸ਼ਰ ਦਾ ਰੂਪ ਨੇ। ਸਾਡਾ ਜੀਵਨ ਗਵਾਚ ਗਿਆ ਤੇ ਮਾਰ ਕਦੇ ਕਦੇ ਗੁਰੂ ਦੇ ਕੋਲੇ ਆ ਕੇ ਕਹਿ ਦਿਓ ਗੁਰੂ ਨੂੰ ਕਿ ਕਹਾ ਕਹੂੰ ਮੈਂ ਆਪਣੀ ਕਰਨੀ, ਜੇ ਵਿਦ ਜਨਮ ਗਵਾਇਓ ਕਹੇ ਨਾਨਕ ਸਭ ਔਗਣ। ਕਿਹਦੇ ਚ ਗਿਆ? ਸਾਡੇ ਚ ਕਹਿ ਤਾਂ ਮਾਰਨੇ ਵੀ ਤੁਹਾਡੇ ਚ ਸਾਰੇ ਨੇ ਨਹੀਂ, ਕਹਿੰਦੇ ਸਭ ਔਗਣ ਮੋਹ ਮਹਿ ਨੇ ਮੇਰੇ ਅੰਦਰ ਸਭ ਔਗਣ। ਹੁਣ ਇੱਥੇ ਮਹਾਰਾਜ ਨੇ ਸਭ ਸ਼ਬਦ ਵਰਤਿਆ, ਛੱਡਿਆ ਨਹੀਂ। ਮਹਾਰਾਜ ਨੇ ਕਿਹਾ ਵੀ ਇਹਦੇ ਮੈਂ ਦੋ ਚਾਰ ਔਗਣ ਕਹਿ ਲੱਗਿਆ। ਮਹਾਰਾਜ ਕਹਿੰਦੇ ਨੇ ਕਿ ਕਹੇ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਹੇ ਨਾਨਕ ਸਭ ਸਾਰੇ ਹੀ ਔਗਣ ਮੋਹ ਮਹਿ। ਕਿ ਮੰਨ ਲਈਏ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਸਾਰੇ ਹੀ ਔਗਣ ਨੇ ਭਰੇ ਪਏ ਨੇ? ਨਹੀਂ, ਸਾਨੂੰ ਕਹਿੰਦੇ ਨੇ ਜੇ ਗੁਰੂ ਕੋਲੋਂ ਆਪਣੇ ਆਪ ਨੂੰ ਬਖਸ਼ਾਉਣਾ ਜੇ ਨਾ ਤੇ ਕਿਸੇ ਅਸੀਂ ਦੇਖੋ, ਮੈਂ ਅੱਗੇ ਕਈ ਵਾਰ ਬੇਨਤੀ ਕੀਤੀ ਹੈ, ਮੰਨ ਲਓ ਬੰਦਾ ਡਾਇਰੀ ਲੈ ਕੇ ਕਾਪੀ ਲੈ ਕੇ ਆਪਣੇ ਬਾਰੇ ਬੰਦੇ ਨੇ ਲਿਖਣਾ ਹੋਵੇ, ਖੁਦ ਆਪਣੇ ਬਾਰੇ, ਕਿਸੇ ਬਾਰੇ ਨਹੀਂ, ਆਪਣੇ ਬਾਰੇ ਬੰਦੇ ਨੇ ਲਿਖਣਾ ਤੇ ਯਾਦ ਰੱਖਿਓ ਬੰਦਾ ਸਵੇਰ ਤੋਂ ਸ਼ਾਮ ਤੱਕ ਆਪਣੇ ਬਾਰੇ ਨਹੀਂ ਲਿਖ ਸਕਦਾ। ਸਵੇਰ ਤੋਂ ਸ਼ਾਮ ਤੱਕ ਹੀ, ਬਾਕੀ ਤਾਂ ਸਭ ਛੱਡੋ, ਤੁਸੀਂ ਇੰਨੇ ਸਾਲ ਦੀਆਂ ਗੱਲਾਂ ਤੇ ਛੱਡ ਦਿਓ। ਜਦੋਂ ਉਸ ਤੋਂ ਸੁਰਤ ਸੰਭਾਲੀ ਬੋਲੋ ਤੋਂ ਲੈ ਕੇ ਤਾਂ ਬੜਾ ਔਖਾ ਹੋ ਜਾਣਾ। ਮੈਂ ਕਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਜੋ ਉਹਦੇ ਮਨ ਵਿੱਚ ਚੱਲਿਆ ਹੈ ਉਹ ਲਿਖ ਨਹੀਂ ਸਕਦਾ। ਜੇ ਲਿਖ ਦਿੱਤਾ ਤੇ ਖੁਦ ਨੂੰ ਪੜ੍ਹ ਕੇ ਸ਼ਰਮ ਆਏਗੀ ਉਹਨੂੰ। ਅਸੀਂ ਸਾਰੇ, ਮੈਂ ਆਪਣੇ ਆਪ ਨੂੰ ਸ਼ਾਮਲ ਕਰਕੇ ਕਹਿ ਰਿਹਾ, ਸ਼ਰਮ ਆਏਗੀ ਕਿ ਆਪ ਵੀ ਮੈਂ ਸੋਚਦਾ ਰਿਹਾ ਸਾਰਾ ਦਿਨ ਦੇ ਵਿੱਚ, ਆਪ ਮੇਰੇ ਅੰਦਰ ਚੱਲਦਾ ਰਿਹਾ ਸਾਰਾ ਦਿਨ ਵਿੱਚ। ਮਹਾਰਾਜ ਕਹਿੰਦੇ ਨੇ ਕਹਾ ਕਹੂੰ ਮੈਂ ਆਪਣੀ ਕੀ ਕਹਾਂ ਆਪਣੀ ਕਰਨੀ। ਮਹਾਰਾਜ ਕਹਿੰਦੇ ਜੇ ਵਿਦ ਜਨਮ ਗਵਾਇਓ, ਮੈਂ ਤੇ ਸਾਰੀ ਜ਼ਿੰਦਗੀ ਜਨਮ ਗਵਾ ਲਿਆ ਆਪਣਾ। ਸਾਨੂੰ ਕਹਿ ਰਹੇ ਨੇ ਸਾਡਾ ਇਤਨਾ ਗਵਾਚ ਰਿਹਾ। ਕਹੇ ਨਾਨਕ ਸਭ ਔਗਣ ਮੋਹ ਮਹਿ, ਸਾਰੇ ਔਗਣ ਮੇਰੇ ਵਿੱਚ ਭਰੇ ਪਏ ਨੇ। ਪਰ ਇੱਕ ਤਰਲਾ ਲੈ ਲਿਆ ਮਹਾਰਾਜ, ਸਾਨੂੰ ਕਹਿੰਦੇ ਤਰਲਾ ਲੈ ਲਓ, ਆਪ ਨਹੀਂ ਗੁਰੂ ਤਰਲਾ ਲੈ ਰਿਹਾ। ਮੈਂ ਤਾਂ ਕਹਿ ਰਿਹਾ ਗੁਰੂ ਸਾਡੇ ਵਾਂਗੂ ਸਾਡੀ ਥਾਂ ਤੇ ਖੜ ਕੇ ਸਾਡੀ ਅਰਦਾਸ ਕਰ ਰਿਹਾ। ਗੁਰੂ ਤੇਗ ਬਹਾਦਰ ਬਾਤ ਕਰ ਰਹੇ ਨੇ, ਕਹਿੰਦੇ ਨੇ ਇੱਕ ਅਰਦਾਸ ਕਰ ਲਓ ਕਿ ਰਾਖ ਲਿਓ ਸ਼ਰਨਾਇਓ। ਗੁਰੂ ਨੂੰ ਕਹਿ ਦਿਓ ਗੁਰੂ ਰੱਖ ਲੈ ਮੈਨੂੰ, ਗੁਰੂ ਨੂੰ ਆ ਕੇ ਕਹਿ ਦਿਓ ਗੁਰੂ ਤੂੰ ਮੈਨੂੰ ਬਖਸ਼ ਲੈ, ਤੇ ਗੁਰੂ ਬਖਸ਼ ਲਏਗਾ। ਜਿਹਨੂੰ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਸ਼ਬਦਾਂ 'ਚ ਕਹਿੰਦੇ ਨੇ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ ਹਰ ਪ੍ਰਭ ਚਿਤ ਨ ਆਵਈ, ਕਿਉਂ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ। ਕਿ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਥੋੜਾ ਹੈ ਮੇਰੇ ਨਾਮ ਇਹ ਨੀਚ ਕਰਮਨ ਮੇਰੇ, ਗੁਣਵੰਤਾ ਹਰ ਹਰ ਦਇਆਲ, ਕਰ ਕਿਰਪਾ ਬਖਸ਼ੇ ਔਗਣ ਸਭ ਮੇਰੇ, ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ। ਤੇ ਗੁਰੂ ਰਾਮਦਾਸ ਕਹਿੰਦੇ ਕਿਆ ਮੂੰਹ ਲੈ ਬੋਲਾਂ, ਹੇ ਵਾਹਿਗੁਰੂ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਕੋਲ ਆਵਾਂ। ਹੁਣ ਇਹ ਗੱਲ ਗੁਰੂ ਨੂੰ ਆ ਕੇ ਕਹਿਣੀ, ਅਸੀਂ ਬੰਦੇ ਨੂੰ ਨਹੀਂ ਕਹਿਣੀ, ਗੁਰੂ ਨੂੰ ਆ ਕੇ ਕਹਿਣੀ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਕਹਿਣਾ ਕਿ ਕਿਆ ਮੂੰਹ ਲੈ ਬੋਲਾਂ, ਗੁਣ ਵਿਹੂਣ ਨਾਮ ਜਪਿਆ ਨਹੀਂ ਤੇਰਾ। ਗੁਰੂ ਨੂੰ ਆ ਕੇ ਕਹੀਏ ਮਹਾਰਾਜ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਕੋਲ ਆਵਾਂ, ਮੈਂ ਤਾਂ ਕਦੀ ਨਾਮ ਜਪਿਆ ਹੀ ਨਹੀਂ ਤੇਰਾ। ਬਾਣੀ ਚ ਮਹਾਰਾਜ ਨੇ ਸਾਡੀਆਂ ਅਰਦਾਸਾਂ ਕੀਤੀਆਂ ਨੇ। ਜਦੋਂ ਇਹ ਸ਼ਬਦ ਅਸੀਂ ਪੜ੍ਹਦੇ ਹਾਂ
कि जेता समुंद सागर नीर भरिया तेते अवगुण हमारे दया करो कि शबेर पाव डुबदे पत्थर तारे। साडी ते अरदास हो रही है जो सतगुरु गुरु ग्रंथ साहिब महाराज की बाणी च देखोगे गुरमुखो ते आ मैं बेनती करके समाप्ति कर लगे दरबार साहब सचखंड श्री हरिमंदिर साहब जो हुक्मनामा होना होता है हुक्मनामे तो पहला चलो सवैये ते रूटीन च पढ़े जाते हैं पर जो हुक्मनामे की शुरुआत होनी होती है सब तो लास्ट ते दूजिया सवैया तो बाद जो सवैया शुरू होता है इस तो बाद फिर दो और पढ़े जाते हैं पर जो बाकी सवैये पढ़ के ते जितों फिर पता लगता भी हुण हुक्मनामे की शुरुआत होने लगी है उदों जो सवैया पढ़िया जाता है वो तुसीं कदी देखो ਉਹਦੇ ਚ ਭੱਟ ਕਹਿੰਦੇ ਹਮ ਅਵਗੁਣ ਭਰੇ ਇੱਕ ਗੁਣ ਕਿਹਾ ਇੱਕ ਵੀ ਗੁਣ ਹੁਣ ਕੀ ਉਹ ਭੱਟ ਦਾ ਜੀਵਨ ਹੈ ਅਸੀਂ ਪਹਿਲਾਂ ਗੁਰੂ ਦਾ ਜ਼ਿਕਰ ਕੀਤਾ ਹੁਣ ਜੇ ਸਿੱਖ ਦਾ ਜ਼ਿਕਰ ਕਰ ਲਾਂਗੇ ਤੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਉਹਨਾਂ ਦਾ ਜੀਵਨ ਮਹਾਰਾਜ ਨੇ ਉਹਨਾਂ ਦੀ ਬਾਣੀ ਦਰਜ ਕਰ ਦੇਣੀ ਸੀ ਜੇ ਗੁਣ ਕੋਈ ਨਾ ਹੁੰਦਾ ਹੁਣ ਉਹਨਾਂ ਨੇ ਵੀ ਅਰਦਾਸ ਕਰਨੀ ਸਾਨੂੰ ਸਿਖਾ ਦਿੱਤੀ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖ खाही माया मोह भरम पै भै नहीं पप्पा नहीं होते मेरा ख्याल पप्पा ही होना पप्पा होएगा ਉਹਦੇ ਵਿੱਚ ਪੈ ਕੇ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ ਕਹਿੰਦੇ ਸੁੱਤ ਵਿੱਚ ਦਾਰਾ ਇਸਤਰੀ ਪੁੱਤਰ ਵਿੱਚ ਮੈਂ ਤੇ ਉਹਦੇ ਮੋਹ ਚ ਫਸਿਆ ਪਿਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਦ ਜਮ ਤਰਾਸ ਮਟਾਈ ਫਿਰ ਕਹਿੰਦੇ ਇੱਕ ਅਰਦਾਸ ਉੱਥੇ ਬੇਨਤੀ ਕੀਤੀ ਇੱਕ ਅਰਦਾਸ ਭਾਟ ਕੀਰਤ ਕੀਰਤ ਭੱਟ ਦਾ ਨਾਂ ਹੈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਮਹਾਰਾਜ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹੇ ਨਾਨਕ ਸਭ ਅਵਗੁਣ ਮੋਹ ਮੈਂ ਰਾਖ ਲਿਓ ਸ਼ਰਨਾਈ ਹੈ ਵੈਗੁਰੂ ਤੇਰੀ ਸ਼ਰਨ ਵਿੱਚ ਆਇਆ ਤੇ ਸ਼ਰਨਾਈ ਦੀ ਲਾਜ ਰੱਖ ਲਓ ਸੋਦਰ ਦੀ ਬਾਣੀ ਦਾ ਜਦੋਂ ਪਾਠ ਕਰਦੇ ਆ ਤੇ ਗੁਰੂ ਤੇਗ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਕਹੋ ਨਾਨਕ ਹਮ ਨੀਚ ਕਰਮਾਂ ਉੱਥੇ ਵੀ ਸ਼ਰਨ ਨਹੀਂ ਕਿਹਾ ਮਹਾਰਾਜ ਨੇ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇਗੀ ਰੱਖੋ ਸ਼ਰਮਾ ਮੈਨੂੰ ਮੇਰੀ ਲਾਜ ਰੱਖਣਾ ਇੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਅੱਜ ਦਾ ਜੋ ਸ਼ਬਦ ਸਾਰਾ ਹੈ ਇਹ ਇਸ ਗੱਲ ਤੇ ਇਹ ਸਾਰੇ ਸ਼ਬਦ ਵਿੱਚ ਸਾਡਾ ਸਾਰਿਆਂ ਦਾ ਮੈਂ ਆਪਣੇ ਆਪ ਨੂੰ ਕਹਿ ਰਿਹਾ ਸਾਡਾ ਸਭ ਦਾ ਜੀਵਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਤੇ ਟਿਕਾ ਕੇ ਬਿਆਨ ਕਰ ਦਿੱਤਾ ਕਿ ਮਨ ਕਰ ਕਬੂ ਨ ਹਰ ਗੁਣ ਗਾਇਓ ਵਿਖਿਆ ਸ਼ਕਤ ਰਹਿਓ ਨਿਸਬਾਸਰ ਕੀਨੋ ਆਪਣੋ ਭਾਇਓ ਗੁਰ ਉਪਦੇਸ਼ ਸੁਣਿਓ ਨੈ ਕਾਨਣ ਪਰ ਦਾਰਾ ਲਪਟਾਇਓ ਪਰ ਨਿੰਦਾ ਕਾਰਨ ਬਹੁ ਧਾਵਤ ਸਮਝਿਓ ਨੈ ਸਮਝਾਇਓ ਮਾਰੇ ਕਹਿੰਦੇ ਕਹਾ ਪਾਉ ਮੈਂ ਆਪਣੀ ਕਰਨੀ ਜੇ ਬਿਦ ਜਨਮ ਗਵਾਇਓ ਕਹੇ ਨਾਨਕ ਸਭ ਅਵਗੁਣ ਮੋਹ ਮੈਂ ਰਾਖ ਲਿਓ ਸ਼ਰਨ ਆਇਓ ਸਤਿਗੁਰਾਂ ਦੇ ਪਾਵਨ ਸ਼ਬਦਾਂ ਦੇ ਜੋ ਲੜੀਵਾਰ ਆਪਾਂ ਕਥਾ ਸ਼ੁਰੂ ਕੀਤੀ ਹੈ 15 ਰਾਗਾਂ ਵਿੱਚੋਂ 14 ਰਾਗਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਤਕਰੀਬਨ ਸਾਧ ਸੰਗਤ ਜੀ 54 ਸ਼ਬਦ ਜਿਹੜੇ ਨੇ ਉਹ ਹੁਣ ਤੱਕ ਵਿਚਾਰੇ ਗਏ ਨੇ ਜੈਜਾਵੰਤੀ ਰਾਗ ਵਿੱਚ 4 ਸ਼ਬਦ ਸਤਿਗੁਰੂ ਦੇ ਬਾਕੀ ਨੇ ਤੇ ਕੁੱਲ ਸ਼ਬਦ 59 ਨੇ ਤੇ 15 ਰਾਗਾਂ ਵਿੱਚ ਬਾਣੀ ਹੈ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਦੇ ਸ਼ਬਦਾਂ ਦੀ ਵਿਚਾਰ ਵੀ ਆਪ ਮੱਤ ਬੁੱਧ ਸੋਝੀ ਬਖਸ਼ਿਸ਼ ਕਰਕੇ ਕਰਵਾ ਲੈਣ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦਾ ਜਿਨ੍ਹਾਂ ਦਾ ਪ੍ਰੋਗਰਾਮ ਹੈ ਭਾਈ ਸਰਦਾਰ ਗੁਰਦਾਵਰ ਸਿੰਘ ਜੀ ਉਹਨਾਂ ਦਾ ਸਮੁੱਚਾ ਪਰਿਵਾਰ ਬੜੇ ਗੁਰਮੁਖ ਪਿਆਰੇ ਬੜੀਆਂ ਪਿਆਰ ਵਾਲੀਆਂ ਰੂਹਾਂ ਸਰਦਾਰ ਸੁਖਦੇਵ ਸਿੰਘ ਜੀ ਸਰਦਾਰ ਸਾਸਾ ਹਰਭਜਨ ਸਿੰਘ ਜੀ ਇਹ ਸਾਡੇ ਗੁਰੂ ਘਰ ਦੇ ਜੋ ਮਾਇਆ ਦੀ ਸੇਵਾ ਉਹਨਾਂ ਕੋਲੇ ਹੁੰਦੀ ਹੈ ਤੇ ਸਮੇਂ-ਸਮੇਂ ਤੇ ਇਹ ਸਾਰਾ ਹੀ ਪਰਿਵਾਰ ਬੜੀ ਸੇਵਾ ਕਰਦਾ ਲੰਮੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰਦੇ ਆਉਂਦੇ ਨੇ ਬੜਾ ਪਿਆਰ ਹੈ ਸੰਗਤ ਵਿੱਚ ਵੀ ਪ੍ਰੇਮ ਹੈ ਅੱਜ ਜਿੰਨੀ ਸੰਗਤ ਦਾ ਅਸੀਂ ਇਕੱਠ ਵੇਖ ਰਹੇ ਹਾਂ ਇਹ ਸਾਰਾ ਇਹਨਾਂ ਦੇ ਪਿਆਰ ਦਾ ਸਦਕਾ ਬਹੁਤ ਸੰਗਤ ਜਿਹੜੀ ਇਹਨਾਂ ਦੀ ਪਿਆਰ ਦੀ ਖਿੱਚੀ ਹੋਈ ਵੀ ਆਈ ਉਹਦੇ ਵਿੱਚ ਮੇਰੇ ਪਿੰਡੂ ਵੀ ਕਈ ਆਏ ਜਿਹੜੇ ਇਹਨਾਂ ਦੇ ਗੁਆਂਢੀ ਨੇ ਉਹਨਾਂ ਨੂੰ ਮੈਨੂੰ ਬੁਲਾਇਆ ਇਹਨਾਂ ਵਾਹਿਗੁਰੂ ਕਿਰਪਾ ਕਰੇ ਪਿਆਰ ਬਣਿਆ ਰਹਿਣਾ ਚਾਹੀਦਾ ਹੈ ਪ੍ਰੇਮ ਬਣਿਆ ਰਹਿਣਾ ਚਾਹੀਦਾ ਅਸੀਂ ਪ੍ਰੇਮ ਪਿਆਰ ਦੇ ਨਾਲ ਕਿਉਂਕਿ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰਸਿੱਖਾਂ ਦਾ ਸਾਡਾ ਇਹੀ ਤੇ ਪਿਆਰ ਹੈ ਸਤਿਗੁਰੂ ਕਿਰਪਾ ਕਰਨ ਇਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਗਰੀਬ ਨਿਵਾਜ ਪਾਤਸ਼ਾਹ ਜੀ ਬਖਸ਼ਿਸ਼ ਕਰਨ ਸਾਧ ਸੰਗਤ ਜੀ ਸ਼ਬਦ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ ਵਰਜਬ ਦੀ ਖਿਮਾ ਦਿੰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।